ਤੁਹਾਡੀ ਫੈਮਿਲੀ ਵਿੱਚ ਕੋਈ ਪੋਲੀਟੀਸ਼ੀਅਨ ਸੀਗਾ ਪਹਿਲਾਂ, ਕਿਸੇ ਨੇ ਰਾਜਨੀਤੀ ਜਾਂ ਕੋਈ ਇਲੈਕਸ਼ਨ ਜਾਂ ਕੁਝ ਇਸ ਤਰ੍ਹਾਂ ਜਿੱਥੋਂ ਤੁਸੀਂ ਇੰਸਪਾਇਰ ਹੋਏ ਹੋ? ਜੀ ਐਕਚੁਅਲੀ ਪੋਲੀਟੀਸ਼ੀਅਨ ਕਹਿ ਲਓ ਕਿ ਪੋਲੀਟੀਸ਼ੀਅਨ ਤਾਂ ਨਹੀਂ ਸੀਗੇ, ਲੇਕਿਨ ਫਿਰ ਵੀ ਮੇਰੇ ਪਾਪਾ ਨੇ ਇੱਕ ਇਲੈਕਸ਼ਨ ਮੰਮਾ ਨੇ ਮਤਲਬ ਇਲੈਕਟ ਕੀਤਾ ਸੀਗਾ 2012 ਚ ਕੀਤਾ ਸੀ। ਉਦੋਂ ਮੈਂ ਬਹੁਤ ਛੋਟੀ ਸੀ ਤੇ ਉਹੀ ਕੁਝ ਰਾਜਨੀਤਿਕ, ਤੁਹਾਨੂੰ ਪਤਾ ਹੈ ਕਿ ਪਾਰਟੀਆਂ ਦਾ ਇੱਕ ਬੜਾ ਦਬਾਅ ਹੁੰਦਾ ਹੈ ਜਦੋਂ ਕਿਸੇ ਸਟੇਟ ਲੈਵਲ ਤੇ ਜਿਹੜੀ ਪਾਰਟੀਆਂ ਹੁੰਦੀਆਂ ਤੇ ਬਸ ਉਹੀ ਕਾਰਨ ਕਰਕੇ ਮੇਰੀ ਮੰਮਾ ਨੇ ਬਲਾਕ ਸਮਿਤੀ ਦਾ ਇਲੈਕਸ਼ਨ ਲੜਿਆ ਸੀ ਤੇ ਉਹ ਹਾਰੇ ਸੀ। ਮੌਜੂਦਾ ਸਥਿਤੀ ਕੀ ਹੈ ਕਾਂਗਰਸ ਦੀ ਔਰ ਕਾਂਗਰਸ ਦੇ ਨੁਮਾਇੰਦਿਆਂ ਦੀ ਹਲਕਾ ਸੁਜਾਨਪੁਰ ਦੇ ਵਿੱਚ? ਦੇਖੋ, ਨੁਮਾਇੰਦਿਆਂ ਦੀ ਗੱਲ ਕਰਦੇ ਤੇ ਠੀਕ ਹੈ, ਹਰ ਕਿਸੇ ਨੇ ਆਪਣੇ ਲਈ ਵਰਕ ਕਰਨਾ, ਆਪਣੇ ਲਈ ਐਫਰਟਸ ਕਰਨੇ ਹੈ ਤੇ ਇਸ ਟਾਈਮ ਫੀਲਡ 'ਚ ਹਰ ਕੋਈ ਕੰਮ ਵੀ ਕਰ ਰਿਹਾ ਹੈ। ਤੁਸੀਂ ਇੰਟਰਸਟਿਡ ਹੋ, ਤੁਸੀਂ ਅਪਲਾਈ ਕਰੋਗੇ ਟਿਕਟ ਦੇ ਲਈ? ਜੀ ਦੇਖੋ, ਮੈਂ ਤਾਂ ਬਿਲਕੁਲ ਕਰਨਾ ਹੈ। ਅੱਜ ਤੱਕ ਸਾਡੇ ਧਾਰ ਚੋਂ ਕਿਸੇ ਨੇ ਅੱਜ ਤੱਕ ਕਦੀ ਟਿਕਟ ਲਈ ਅਪਲਾਈ ਨਹੀਂ ਕਰਿਆ। ਫਸਟ ਟਾਈਮ ਮੈਂ ਹੀ ਹੋਵਾਂਗੀ ਧਾਰ ਬਲਾਕ ਦੀ ਕੈਂਡੀਡੇਟ, ਸੋ ਮਤਲਬ ਮੇਰਾ ਤਾਂ 100% ਮੈਂ ਨੋਮੀਨੇਸ਼ਨ ਫਿਲ ਕਰੂੰਗੀ ਜੀ। ਅਸੀਂ ਕੀ ਕਰਨਾ ਚਾਹੁੰਦੇ, ਸਾਡਾ ਵਿਜ਼ਨ ਹੈ ਔਰ ਵਿਜ਼ਨ ਨੂੰ ਲੈ ਕੇ ਤੁਹਾਡੀ ਕਿੰਨੀ ਕੁ ਦਾਅਵੇਦਾਰੀ, ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਟਿਕਟ ਪਾਰਟੀ ਕਿਉਂ ਦੇਵੇ? ਜੇ ਮੈਂ ਸਟ੍ਰੇਟ ਫਾਰਵਰਡ ਸਵਾਲ ਪੁੱਛਾਂ। ਦੇਖੋ, ਇੱਕ ਜਿੱਦਾਂ ਮੈਨੂੰ ਕਿਉਂ ਟਿਕਟ ਦੇਵੇ, ਮੈਂ ਇਹ ਨਹੀਂ ਕਹਿੰਦੀ ਕਿ ਪਾਰਟੀ ਨੇ ਮੈਨੂੰ ਹੀ ਟਿਕਟ ਦੇਣੀ ਹੈ, ਲੇਕਿਨ ਅਗਰ ਮੈਨੂੰ ਟਿਕਟ ਮਿਲਦੀ ਹੈ ਮੈਂ ਤਾਂ ਬਈ ਆਪਣੇ ਸੁਜਾਨਪੁਰ, ਜਿੱਦਾਂ ਕਿ ਸਾਡੀ ਸੁਜਾਨਪੁਰ ਕੌਂਸਟੀਟਿਊਂਸੀ ਪੂਰੇ ਪੰਜਾਬ 'ਚ ਨੰਬਰ 1 ਤੇ ਹੈ, ਦੈਨ ਉਸ ਚੀਜ਼ ਨੂੰ ਨੰਬਰ 1 ਤੇ ਲਿਆਣਾ ਮੇਰਾ ਫਰਜ਼ ਬਣਦਾ ਤੇ ਮੈਂ ਲਿਆਣਾ ਵੀ ਚਾਹੁੰਦੀ ਹਾਂ। ਜੇ ਪੂਰੇ ਹਲਕੇ ਦੀ ਗੱਲ ਕਰੀਏ, ਕੋਈ ਇੱਕ ਐਸਾ ਵਿਜ਼ਨ, ਕੋਈ ਇੱਕ ਸਿੰਗਲ ਐਸਾ ਕੰਮ ਜਿਹੜਾ ਤੁਹਾਨੂੰ ਲੱਗਦਾ ਕਿ ਅਗਰ ਮੈਂ ਟਿਕਟ ਮਿਲਦੀ ਹੈ ਔਰ ਮੈਂ ਜਿੱਤ ਜਾਣੀ ਹੈ ਤਾਂ ਮੈਂ ਉਹ ਜ਼ਰੂਰ ਕਰਵਾਵਾਂਗੀ, ਕੋਈ ਇੱਕ ਐਸਾ ਕੰਮ? ਦੇਖੋ, ਕੰਮ ਤਾਂ ਬਹੁਤ ਸਾਰੇ ਨੇ, ਬਟ ਜਿਹੜੀ ਇੱਕ ਬੇਸਿਕ ਨੀਡਸ ਹੁੰਦੀਆਂ ਲੋਕਾਂ ਦੀਆਂ ਕਿ ਆਪਣੇ ਏਰੀਆ ਲਈ ਜੋ ਵੀ ਕੰਮ ਕਰਨਾ, ਚਲੋ ਹਰ ਚੀਜ਼ ਨੂੰ ਮੈਂ ਪਹਿਲੇ ਹੀ ਨਹੀਂ ਦੱਸ ਸਕਦੀ, ਬਟ ਇਹ ਹੈ ਕਿ ਇੱਕ ਯੂਥ ਲਈ ਜੋ ਮੈਂ ਇੱਕ ਮੇਨ ਜੋ ਕੰਮ ਕਰਨਾ ਯੂਥ ਲਈ, ਆਪਣੇ ਇੱਥੇ ਕੁਛ ਨਾ ਕੁਛ ਐਵੇਂ ਦੀਆਂ ਇੰਡਸਟਰੀਜ਼ ਵਗੈਰਾ ਲਿਆਵਾਂਗੇ। ਜੇ ਕੰਮਾਂ ਦੀ ਗੱਲ ਕਰੀਏ, 15 ਸਾਲ ਬੀਜੇਪੀ ਦਾ ਰਾਜ ਹੈ, ਲਗਭਗ 15 ਸਾਲ। ਕੀ ਦੇਖਦੇ ਹੋ ਕਿ ਕੀ ਹੋ ਸਕਦਾ ਸੀਗਾ ਔਰ ਕੀ ਹੋਇਆ? ਐਮਐਲਏ ਸਾਹਿਬ 15 ਸਾਲ ਤੋਂ ਸਾਡੇ ਇੱਥੇ ਬੈਠੇ ਨੇ, 15 ਸਾਲ ਘੱਟ ਨਹੀਂ ਹੁੰਦੇ। ਉਹਨਾਂ ਦੀ ਸਰਕਾਰ ਸੀਗੀ ਪਿੱਛੇ, ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜਦੋਂ ਬੀਜੇਪੀ ਦਾ ਗਠਬੰਧਨ ਸੀਗਾ ਤੇ ਸਾਡੇ ਪੰਜਾਬ 'ਚ ਉਹਨਾਂ ਦੀ ਕਿੰਨੇ ਸਾਲ, ਮਤਲਬ 10 ਸਾਲ ਸਰਕਾਰ ਸੀਗੀ, ਦੈਨ ਕੈਬਨਿਟ 'ਚ ਵੀ ਰਹੇ ਨੇ ਉਹ। ਤੇ ਮਤਲਬ ਉਹ ਅਗਰ ਸਾਡੇ ਏਰੀਆ ਲਈ ਕੁਝ ਅਲੱਗ ਕਰਨਾ ਚਾਹੁੰਦੇ, ਬਹੁਤ ਕੁਝ ਕਰ ਸਕਦੇ ਸੀਗੇ, ਲੇਕਿਨ ਇੰਟਰਸਟ ਨਹੀਂ ਹੈ। ਹੁਣ ਉਹਨਾਂ ਕੋਲ ਬਹਾਨਾ ਆ ਗਿਆ ਕਿ ਉੱਪਰ ਸਰਕਾਰ ਕਾਂਗਰਸ ਦੀ ਹੈ, ਇਹ ਸਿਰਫ ਇੱਕ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਕਿ ਅਸੀਂ ਲੀਚੀ ਜ਼ੋਨ ਬਣਾਤਾ, ਅਸੀਂ ਨਿਆੜੀ ਕਾਲਜ ਜਿਹੜਾ ਉਹ ਗੱਲ ਵੱਖਰੀ ਕਿ ਡਿਸਪਿਊਟ ਬਣਿਆ ਰਿਹਾ ਉੱਥੇ ਪੱਥਰ ਨੂੰ ਲੈ ਕੇ। ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਬਣਵਾਤਾ, ਬਹੁਤ ਸਾਰੇ ਕੰਮ ਉਹਨਾਂ ਨੇ ਹੋਰ ਗਿਣਵਾਏ। ਉਹਦੇ ਬਾਰੇ ਕੀ ਕਹਿਣਾ? ਉਹ ਕੰਮਾਂ ਨੂੰ ਇਹ ਮਤਲਬ ਇਹ ਦੇਖੋ, ਅਗਰ ਇਹ ਕੁਝ ਵੀ ਕੇਂਦਰ ਬਣਵਾਇਆ, ਉੱਥੇ ਦੱਸੋ ਕਿ ਲੋਕਲ ਏਰੀਆ ਵਾਸਤੇ ਕੀ ਫਾਇਦਾ ਹੋਇਆ? ਇੱਕ ਬਹੁਤ ਗੰਦੀ ਰਾਜਨੀਤੀ ਇੰਨੀ ਜੀ ਚੀਜ਼ ਤੇ ਖੇਲੀ ਜਾ ਰਹੀ ਹੈ ਤੇ ਮਤਲਬ ਇਸ ਚੀਜ਼ ਤੇ ਮੈਂ ਕੋਈ ਵਰਡਸ ਨਹੀਂ ਦੇਣਾ ਚਾਹੁੰਦੀ, ਲੇਕਿਨ ਉਹ ਕਹਿੰਦੇ ਕਿ ਇਹ ਕੀਤਾ ਉਹ ਕੀਤਾ, ਤੁਸੀਂ 10 ਘਰ ਐਵੇਂ ਦੇ ਗਿਣਵਾ ਦਿਓ ਜਿਨ੍ਹਾਂ ਨੂੰ ਇੱਕ ਐਸਾ ਕੋਈ ਫਾਇਦਾ ਮਿਲਿਆ ਹੋਵੇ ਕਿ ਜਿਹੜੇ ਪਰਮਾਨੈਂਟ ਯਾਦ ਰੱਖਣ। ਐਮਐਲਏ ਦਾ ਕੰਮ ਕੀ ਹੈ? ਇੱਕ ਚਲੋ ਮੰਨ ਲਓ ਕਿ ਕੋਈ ਪੁਲਿਸ ਦੀ ਹੈਲਪ ਚਾਹੀਦੀ ਹੁੰਦੀ ਆ, ਉੱਥੇ ਕੰਮ ਪੈ ਜਾਊਗਾ ਲੋਕਾਂ ਨੂੰ, ਨਹੀਂ ਤੇ ਲੋਕਾਂ ਨੇ ਵਿਚਾਰਿਆਂ ਨੇ ਵੋਟਾਂ ਪਾਣੀਆਂ, ਉਹਨਾਂ ਨੇ ਪਾ ਹੀ ਦੇਣੀਆਂ, ਹੈ ਨਾ? ਤੇ ਮਤਲਬ ਐਮਐਲਏ ਨੂੰ ਖੁਦ ਚਾਹੀਦਾ ਹੈ ਕਿ ਮੈਂ ਤਾਂ ਬਈ 2 ਸਾਲ ਦਾ ਜਦੋਂ 2 ਟੈਨਿਓਰ ਉਹਨਾਂ ਦੇ ਕੰਪਲੀਟ ਹੋਏ, ਤਾਂ ਤੀਜੀ ਵਾਰੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਨਾ ਤੇ ਉਹਨਾਂ ਨੂੰ ਪੂਰੀ ਵਾਹਵਾਹੀ ਕਰਵਾ ਦੇਣੀ ਚਾਹੀਦੀ ਸੀ। ਪੱਲਵੀ ਠਾਕੁਰ ਨੂੰ ਅਗਰ ਟਿਕਟ ਮਿਲਦੀ ਹੈ ਤੇ ਕਿੰਨਾ ਕੁ ਚੈਲੰਜ ਰਹੇਗਾ ਉਸ ਚੀਜ਼ ਨੂੰ ਸਾਈਡ ਕਰਨ ਦਾ ਕਿ ਬੀਜੇਪੀ ਨੂੰ ਇੱਥੋਂ ਇੰਨੀਆਂ ਵੋਟਾਂ ਨਾ ਪੈਣ ਤੇ ਕਾਂਗਰਸ ਨੂੰ ਪੈਣ ਜਾਂ ਪੱਲਵੀ ਠਾਕੁਰ ਨੂੰ ਪੈਣ, ਉਹ ਕਿੰਨਾ ਕੁ ਚੈਲੰਜਿੰਗ ਰਹੇਗਾ? ਦੇਖੋ, ਜਦੋਂ ਅਗਰ ਟਿਕਟ ਦੀ ਗੱਲ ਆਉਂਦੀ ਹੈ, ਅਗਰ ਪੱਲਵੀ ਠਾਕੁਰ ਨੂੰ ਟਿਕਟ ਮਿਲਦੀ ਹੈ ਤਾਂ ਧਾਰ ਦੇ ਲੋਕਾਂ ਨੇ ਬੀਜੇਪੀ ਕਾਂਗਰਸ ਨਹੀਂ ਦੇਖਣੀ, ਧਾਰ ਦੇ ਲੋਕਾਂ ਨੇ ਆਪਣੇ ਏਰੀਏ ਦਾ ਬੰਦਾ ਦੇਖਣਾ। ਤਾਂ ਧਾਰ ਦੇ ਲੋਕਾਂ ਦਾ ਅੱਜ ਵੀ ਇਹੀ ਆਵਾਜ਼ ਹੈ ਕਿ ਧਾਰ ਦੀ ਬੇਟੀ ਹੈ ਬਈ, ਤਾਂ ਆਪਣੀ ਬੇਟੀ ਦਾ ਸਾਥ ਦੇਣਾ। ਅਗਰ ਪੱਲਵੀ ਠਾਕੁਰ ਕਾਂਗਰਸ ਪਾਰਟੀ ਨਾਲ ਨਹੀਂ ਬਿਲੋਂਗ ਕਰਦੀ, ਅਗਰ ਪੱਲਵੀ ਠਾਕੁਰ ਸਰਪੰਚ ਨਹੀਂ ਹੈ, ਤੇ ਆਉਣ ਵਾਲੇ ਚੋਣਾਂ ਦੇ ਵਿੱਚ ਤੁਸੀਂ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਕੀ ਸੋਚ ਕੇ ਵੋਟ ਕਰੇ ਔਰ ਕੀ ਸੋਚ ਕੇ ਆਪਣੇ ਵਾਸਤੇ ਸਰਕਾਰ ਔਰ ਨੁਮਾਇੰਦਾ ਚੁਣੇ? ਬੱਚਿਆਂ ਦਾ ਮਤਲਬ ਸਾਰਿਆਂ ਨੂੰ ਇਹੀ ਹੈ ਕਿ ਆਪਾਂ ਜੋ ਵੀ ਕਰਾਂਗੇ, ਬਸ ਇੱਕ ਇਹ ਹੈ ਕਿ ਇੱਕ ਭਰੋਸਾ ਜਿਹੜਾ ਇੱਕ ਬਹੁਤ ਜ਼ਿਆਦਾ ਮੈਟਰ ਕਰਦਾ ਹਰ ਚੀਜ਼ ਲਈ, ਤੇ ਆਪਾਂ ਮਤਲਬ ਇਹ ਨਾ ਕਰੀਏ ਕਿ ਅੰਧ ਭਗਤ ਹੋ ਕੇ ਜਾਂ ਅੰਧੇ ਹੋ ਕੇ ਕਿਸੇ ਪਿੱਛੇ ਚੱਲੀਏ। ਬਸ ਇੱਕ ਜੋ ਵੀ ਡਿਸੀਜਨ ਲੈਣਾ, ਇੱਕ ਰਾਈਟ ਡਿਸੀਜਨ, ਜੋ ਕਿ ਇੱਕ ਪਾਵਰ ਆਪਾਂ ਯੂਥ ਹੀ ਦੱਸਣੀ ਹੈ। ਤੇ ਮਤਲਬ ਇੰਨਾ ਕਿ ਯੂਥ ਦਾ ਇਸ ਵਾਰੀ ਇਲੈਕਸ਼ਨਸ 'ਚ ਮਤਲਬ ਬਹੁਤ ਜ਼ਿਆਦਾ ਜਿਹੜਾ ਹੱਥ ਹੋਏਗਾ ਯੂਥ ਦਾ ਹੀ ਹੋਏਗਾ। ਜੈ ਹਿੰਦ ਦੋਸਤੋ, ਤੁਸੀਂ ਦੇਖ ਰਹੇ ਹੋ TNN ਔਰ ਸਾਡਾ ਸਫ਼ਰ ਰਾਜਨੀਤਿਕ ਨੁਮਾਇੰਦਿਆਂ ਦੇ ਨਾਲ ਮਿਲਵਾਉਣ ਦਾ ਲਗਾਤਾਰ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦਿਆਂ ਨਾਲ ਤੁਹਾਨੂੰ ਮਿਲਵਾ ਵੀ ਚੁੱਕੇ ਹਾਂ ਤੇ ਅੱਗੇ ਵੀ ਮਿਲਵਾਉਂਦੇ ਰਵਾਂਗੇ। ਪਰ ਅੱਜ ਦੀ ਇੰਟਰਵਿਊ ਇੱਕ ਖਾਸ ਇੰਟਰਵਿਊ ਹੈ। ਉਸ ਦਾ ਕਾਰਨ ਇਹ ਹੈ ਕਿ ਸਾਡੇ ਨਾਲ ਜਿਹੜਾ ਅੱਜ ਨੁਮਾਇੰਦਾ ਜੁੜਿਆ, ਪਹਿਲੀ ਗੱਲ ਤੇ ਉਹ ਇੱਕ ਯੰਗੈਸਟ ਲੀਡਰ ਹੈ, ਯੰਗੈਸਟ ਸਰਪੰਚ ਹੈ
ਔਰ ਯੁਵਾ ਸੋਚ ਹੈ ਔਰ ਉਸ ਤੋਂ ਵੱਡੀ ਗੱਲ ਕਿ ਉਹ ਇੱਕ ਮਹਿਲਾ ਨੁਮਾਇੰਦਾ ਹੈ। ਤੇ ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਪਠਾਨਕੋਟ ਤੋਂ ਪਿੰਡ ਹਾੜਾ ਦੀ ਸਰਪੰਚ ਪਲਵੀ ਠਾਕੁਰ ਦੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਔਰ ਕਾਂਗਰਸ ਦਾ ਪ੍ਰਚਾਰ ਪ੍ਰਸਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਉਹਦੇ ਵੱਲੋਂ ਕੀਤਾ ਜਾ ਰਿਹਾ, ਉਹਦੇ ਨਾਲ ਗੱਲਬਾਤ ਕਰਾਂਗੇ। ਜੀ ਪਲਵੀ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ TNN ਦੇ ਵਿੱਚ। ਜੀ TNN ਦੇਖ ਰਹੇ ਪਹਿਲੇ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਪਲਵੀ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਤੁਹਾਡੀ ਉਮਰ ਦੇ ਵਿੱਚ ਤੁਸੀਂ ਮਾਣ ਹੈ ਸਾਡੇ ਪਠਾਨਕੋਟ ਨੂੰ ਕਿ ਤੁਸੀਂ ਯੰਗੈਸਟ ਲੀਡਰ ਹੋ, ਯੰਗੈਸਟ ਪੋਲੀਟੀਸ਼ੀਅਨ ਹੋ ਔਰ ਯੰਗੈਸਟ ਸਰਪੰਚ ਵੀ ਰਹੇ ਹੋ। ਸਭ ਤੋਂ ਪਹਿਲਾ ਸਵਾਲ ਕਿ ਇਸ ਉਮਰ ਦੇ ਵਿੱਚ ਜ਼ਿਆਦਾਤਰ ਜਿਹੜਾ ਯੂਥ ਹੈ ਉਹਨੂੰ ਗਲੈਮਰ ਵਰਡ, ਫਿਲਮਾਂ ਦਾ ਜਾਂ ਪੇਂਟਿੰਗ ਦਾ ਕਹਿ ਲਓ ਜਾਂ ਕ੍ਰਾਫਟ ਦਾ ਕਹਿ ਲਓ ਜਾਂ ਫਿਰ ਕਿਸੇ ਹੋਰ ਫੀਲਡ ਵਿੱਚ ਕਹਿ ਲਓ, ਪੋਲੀਟਿਕਸ 'ਚ ਨਹੀਂ। ਤੁਹਾਡਾ ਰੁਝਾਨ ਪੋਲੀਟਿਕਸ 'ਚ ਕਿੱਦਾਂ ਆ ਗਿਆ ਔਰ ਇਸ ਉਮਰ ਦੇ ਵਿੱਚ? ਦੇਖੋ, ਮੇਰਾ ਇੰਟਰਸਟ ਵੀ ਨਹੀਂ ਸੀਗਾ ਪੋਲਿਟਿਕਸ 'ਚ ਆਉਣ ਦਾ ਕੋਈ ਵੀ, ਤੇ ਮੇਰਾ ਵੀ ਇੰਟਰਸਟ ਇੱਕਦਮ ਹੀ ਬਣਿਆ ਕਿ ਆਪਣੇ ਏਰੀਆ ਦੇ ਹਾਲਾਤਾਂ ਨੂੰ ਦੇਖ ਕੇ ਜਾਂ ਫਿਰ ਕੁਝ ਪੋਲੀਟੀਕਲੀ ਰੀਜ਼ਨ ਸੀਗੇ ਜਾਂ ਫਿਰ ਥੋੜਾ ਆਪਣੇ ਏਰੀਆ ਨੂੰ, ਜਿਵੇਂ ਸਾਡਾ ਏਰੀਆ ਬੈਕਵਰਡ ਏਰੀਆ ਪੈਂਦਾ ਹੈ ਤੇ ਬੈਕਵਰਡ ਏਰੀਆ ਹੋਣ ਕਰਕੇ ਵੀ ਮੇਰਾ ਥੋੜਾ ਜਿਹਾ ਜਿਹੜਾ ਇੰਟਰਸਟ ਸੀਗਾ ਕਿ ਜਿਵੇਂ ਸਾਡੇ ਇੱਥੇ ਕੁੜੀਆਂ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ, ਜਿਵੇਂ ਕਿ ਮੈਂ ਆਪਣੇ ਹਰ ਇੰਟਰਵਿਊ 'ਚ ਦੱਸਦੀ ਹਾਂ। ਤੇ ਬਸ ਉਹੀ ਕੁਝ ਰੀਜ਼ਨ ਸੀਗੇ ਕਿ ਅਗਰ ਮੈਂ ਇਹ ਲਾਈਨ 'ਚ ਵੀ ਅੱਗੇ ਆਵਾਂਗੀ ਦੈਨ ਕੁਝ ਨਾ ਕੁਝ ਐਵੇਂ ਦੇ ਪੇਰੈਂਟਸ ਹੋਣਗੇ ਜਿਨ੍ਹਾਂ ਨੂੰ ਥੋੜੀ ਬਹੁਤ ਮੋਟੀਵੇਸ਼ਨ ਮਿਲੇਗੀ ਇਸ ਕੰਮ ਔਰ ਕੁੜੀਆਂ ਨੂੰ ਜਿਹੜਾ ਅੱਗੇ ਜਾ ਕੇ ਫਾਇਦਾ ਮਿਲੇਗਾ ਇਸ ਚੀਜ਼ ਦਾ, ਕਿ ਅਗਰ ਮੈਂ ਪੋਲੀਟੀਕਲ ਲਾਈਨ ਚੂਜ਼ ਕਰ ਸਕਦੀ ਹਾਂ ਆਪਣੇ ਅੱਗੇ ਵਧਣ ਲਈ। ਦੈਨ ਕੁਝ ਪੇਰੈਂਟਸ ਇਦਾਂ ਦੇ ਨੇ ਜਿਨ੍ਹਾਂ ਨੂੰ ਆਪਣੇ ਮਤਲਬ ਕੁੜੀਆਂ ਨੂੰ ਕੀ ਹੈ ਕਿ ਕੁੜੀ ਸਮਝਦੇ ਆ, ਜੇ ਮੁੰਡਾ ਨਹੀਂ ਸਮਝਦੇ। ਲਾਈਕ ਚਲੋ ਕੁੜੀਆਂ ਹੈ ਠੀਕ ਹੈ, ਲੇਕਿਨ ਇੱਕ ਕੁੜੀਆਂ ਨੂੰ ਹਜੇ ਵੀ ਕੁਝ ਐਵੇਂ ਦੇ ਲੋਕ ਨੇ ਜਿਹੜਾ ਬੋਝ ਸਮਝਿਆ ਜਾਂਦਾ ਹੈ। ਸੋ ਮਤਲਬ ਇਹ ਚੀਜ਼ ਸੀਗੀ ਮੇਰਾ ਮਤਲਬ ਇਹ ਜੁਆਇਨ ਕਰਨ ਦਾ ਕਿ ਦੈਨ ਕੁਝ ਕੁੜੀਆਂ ਨੂੰ ਪੜਨ ਦਾ ਵੀ ਹੱਕ ਨਹੀਂ ਹੈ ਅੱਜ ਦੇ ਟਾਈਮ 'ਚ। ਤੇ ਮਤਲਬ ਸਾਡੇ ਏਰੀਆ 'ਚ ਤਾਂ ਹਜੇ ਵੀ ਮਤਲਬ ਬਹੁਤ ਸਾਰੇ ਐਵੇਂ ਦੇ ਲੋਕ ਨੇ, ਧਾਰ ਬਲੌਕ ਦੇ ਸਪੈਸ਼ਲੀ ਗੱਲ ਕਰਦੇ, ਬਹੁਤ ਸਾਰੇ ਐਵੇਂ ਦੇ ਲੋਕ ਨੇ ਜਿਹੜੇ ਕੁੜੀਆਂ ਨੂੰ ਕੁੜੀ ਹੀ ਕਹਿੰਦੇ ਆ ਕਿ ਬਸ ਕੁੜੀ ਹੈ, ਇਹਦਾ ਤੇ ਵਿਆਹ ਹੋਊਗਾ, ਅਗਲੇ ਘਰ ਜਾਣਾ ਇਹਨੇ, ਤੈਨੂੰ ਬਸ ਘਰ ਦੇ ਕੰਮ ਕਰ ਸਿੱਖੇ ਦੇਣ, ਇਹਨਾਂ ਦਾ ਵਿਆਹ ਕਰ ਦਾਂਗੇ, ਮਤਲਬ ਬੋਝ ਸਮਝਿਆ ਜਾਂਦਾ। ਸੋ ਮੇਰਾ ਇੱਕ ਇਹੀ ਮੋਟਿਵ ਸੀਗਾ ਇਸ ਲਾਈਨ 'ਚ ਆਉਣ ਦਾ ਕਿ ਮੈਨੂੰ ਦੇਖ ਕੇ ਕੁਝ ਨਾ ਕੁਝ ਪੇਰੈਂਟਸ ਐਵੇਂ ਦੇ ਹੋਣਗੇ ਜਿਹੜੇ ਮੋਟੀਵੇਟ ਹੋਣਗੇ, ਦੈਨ ਕੁਝ ਕੁੜੀਆਂ ਹੋਣਗੀਆਂ ਜਿਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਜੀ ਪਲਵੀ ਜੀ, ਜਦੋਂ ਵੀ ਕੋਈ ਪ੍ਰੋਫੈਸ਼ਨ ਬੰਦਾ ਚੁਣਦਾ ਹੈ, ਇਨਸਾਨ ਜਦੋਂ ਵੀ ਆਪਣਾ ਪ੍ਰੋਫੈਸ਼ਨ ਚੂਜ਼ ਕਰਦਾ ਹੈ, ਅਗਰ ਆਰਮੀ ਬੈਕਗ੍ਰਾਉਂਡ ਹੈ ਤਾਂ ਉਹਦੀ ਕੋਸ਼ਿਸ਼ ਹੁੰਦੀ ਹੈ, ਭਾਵੇਂ ਕੁੜੀਆਂ ਅੱਜ ਕੱਲ੍ਹ ਕਿਉਂਕਿ ਬਹੁਤ ਅੱਗੇ ਜਾ ਰਹੀਆਂ ਆਰਮੀ ਵਿੱਚ ਵੀ। ਅਗਰ ਕੋਈ ਸਪੋਰਟਸ ਹੈ ਤਾਂ ਸਪੋਰਟਸ ਦੇ ਵਿੱਚ ਤੁਹਾਡੀ ਫੈਮਿਲੀ ਕਿਸ ਤਰ੍ਹਾਂ, ਤੁਹਾਡੀ ਫੈਮਿਲੀ ਵਿੱਚ ਕੋਈ ਪੋਲੀਟੀਸ਼ੀਅਨ ਸੀਗਾ ਪਹਿਲਾਂ, ਕਿਸੇ ਨੇ ਰਾਜਨੀਤੀ ਜਾਂ ਕੋਈ ਇਲੈਕਸ਼ਨ ਜਾਂ ਕੁਝ ਇਸ ਤਰ੍ਹਾਂ ਜਿੱਥੋਂ ਤੁਸੀਂ ਇਨਸਪਾਇਰ ਹੋਏ ਹੋ? ਜੀ ਐਕਚੁਅਲੀ ਪੋਲੀਟੀਸ਼ੀਅਨ ਕਹਿ ਲਓ ਕਿ ਪੋਲੀਟੀਸ਼ੀਅਨ ਤਾਂ ਨਹੀਂ ਸੀਗੇ, ਲੇਕਿਨ ਫਿਰ ਵੀ ਮੇਰੇ ਪਾਪਾ ਨੇ ਇੱਕ ਇਲੈਕਸ਼ਨ, ਮੰਮਾ ਨੇ ਮਤਲਬ ਇਲੈਕਟ ਕੀਤਾ ਸੀਗਾ 2012 ਚ ਕੀਤਾ ਸੀ, ਉਦੋਂ ਮੈਂ ਬਹੁਤ ਛੋਟੀ ਸੀ। ਤੇ ਉਹੀ ਕੁਝ ਰਾਜਨੀਤਿਕ, ਤੁਹਾਨੂੰ ਪਤਾ ਹੈ ਕਿ ਪਾਰਟੀਆਂ ਦਾ ਇੱਕ ਬੜਾ ਦਬਾਅ ਹੁੰਦਾ ਹੈ ਜਦੋਂ ਕਿਸੇ ਸਟੇਟ ਲੈਵਲ ਤੇ ਜਿਹੜੀ ਪਾਰਟੀਆਂ ਹੁੰਦੀਆਂ, ਤੇ ਬਸ ਉਹੀ ਕਾਰਨ ਕਰਕੇ ਮੇਰੀ ਮੰਮਾ ਨੇ ਬਲਾਕ ਸਮਿਤੀ ਦਾ ਇਲੈਕਸ਼ਨ ਲੜਿਆ ਸੀ ਤੇ ਉਹ ਹਾਰੇ ਸੀ। ਤੇ ਮੇਰੇ ਮਨ 'ਚ ਇੱਕ ਗੱਲ ਸੀਗੀ ਉਦੋਂ ਦੀ ਵੀ, ਮਤਲਬ ਰਾਜਨੀਤੀ ਨੂੰ ਲੈ ਕੇ ਇੱਕ ਪੁਆਇੰਟ ਸੀਗਾ ਕਿ ਉਸ ਟਾਈਮ ਤੇ ਮਤਲਬ ਗੱਲ ਆਈ ਸੀ ਕਿ ਸਾਡੇ ਕੋਲ ਅਗਰ ਪਾਵਰ ਹੁੰਦੀ ਹੈ ਤੇ ਆਪਾਂ ਆਪਣੀ ਪਾਵਰ ਦਾ ਕਦੀ ਮਿਸਯੂਜ਼ ਨਾ ਕਰੀਏ। ਸੋ ਮਤਲਬ ਉਸ ਪਾਵਰ ਦੀ ਜਿਹੜੀ ਹੈ ਇੱਕ ਮਤਲਬ ਗਲਤ ਵਰਤੋਂ ਸਾਡੇ ਨਾਲ ਹੋਈ ਸੀ। ਸੋ ਮੇਰੇ ਮਾਈਂਡ 'ਚ ਉਹ ਗੱਲ ਸੀਗੀ, ਦਿਸ ਇਜ਼ ਦ ਮੇਨ ਰੀਜ਼ਨ ਕਿ ਕਦੇ ਨਾ ਕਦੀ ਕੰਪੀਟ ਕਰਾਂਗੇ ਔਰ ਇਸ ਚੀਜ਼ ਨੂੰ ਬਦਲਾਂਗੇ। ਹਾਂਜੀ ਤੇ ਅੱਜ ਮੈਂ ਇਸ ਫੀਲਡ 'ਚ ਹੈ ਤੇ ਮਤਲਬ ਉਹ ਰੀਜ਼ਨ ਵੀ ਸੀਗਾ ਮੇਰੇ ਕੋਲ, ਮਤਲਬ ਬਹੁਤ ਵੱਡਾ ਜਿਹੜਾ ਰੀਜ਼ਨ ਸੀਗਾ। ਜੀ ਪਲਵੀ ਜੀ, ਇਸ ਵੇਲੇ ਜੋ ਮੌਜੂਦਾ ਹਾਲਾਤ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਨੂੰ ਲੈ ਕੇ ਸਰਗਰਮੀਆਂ ਨੇ, ਕੋਈ ਵੀ ਪਾਰਟੀ ਹੋਵੇ, ਤੇ ਤੁਸੀਂ ਬਿਲੋਂਗ ਕਰਦੇ ਹੋ ਹਲਕਾ ਸੁਜਾਨਪੁਰ ਤੋਂ। ਜੀ ਤੇ ਸੁਜਾਨਪੁਰ ਦੀ ਜੇ ਗੱਲ ਕਰੀਏ, ਤੁਸੀਂ ਜਿਸ ਪਾਰਟੀ ਨਾਲ ਬਿਲੋਂਗ ਕਰਦੇ ਹੋ ਕਾਂਗਰਸ ਪਾਰਟੀ ਹੈ। ਜੀ ਬਹੁਤ ਸਾਰੇ ਲੀਡਰ, ਬਹੁਤ ਸਾਰੇ ਨੁਮਾਇੰਦੇ ਔਰ ਬਹੁਤ ਸਾਰੇ ਐਸੇ ਲੋਕ ਜਿਹੜੇ ਕਹਿੰਦੇ ਆ ਕਿ ਟਿਕਟ ਸਾਡੀ ਜੇਬ 'ਚ ਹੈ, ਜੇ ਆਪਾਂ ਚੋਣਾਂ ਦੀ ਗੱਲ ਕਰੀਏ ਤੇ। ਔਰ ਸਿੱਧੂ ਹੋਰਾਂ ਦੇ ਬਣਨ ਤੋਂ ਪਹਿਲਾਂ ਬੜੀ ਦਾਅਵੇਦਾਰੀਆਂ ਸੀਗੀਆਂ ਕਿ ਸਿੱਧੂ ਜੀ ਆਣਗੇ ਤੇ ਫਿਰ ਉਸ ਤੋਂ ਬਾਅਦ ਮੁਹਿੰਮ ਜ਼ਿਆਦਾ ਤੇਜ਼ ਹੋ ਜਾਏਗੀ। ਤੁਹਾਨੂੰ ਕੀ ਲੱਗਦਾ ਕਿ ਫਿਲਹਾਲ ਜਿਹੜੇ ਹਾਲਾਤ ਕੀ ਨੇ ਸੁਜਾਨਪੁਰ ਹਲਕੇ ਦੇ ਜੇ ਗੱਲ ਕਰੀਏ, ਕਿਉਂਕਿ ਹੁਣ ਤਾਂ ਸਿੱਧੂ ਹੋਰੇ ਵੀ ਜਿਹੜੇ ਪ੍ਰਧਾਨ ਬਣ ਚੁੱਕੇ ਨੇ, ਮੌਜੂਦਾ ਸਥਿਤੀ ਕੀ ਹੈ ਕਾਂਗਰਸ ਦੀ ਔਰ ਕਾਂਗਰਸ ਦੇ ਨੁਮਾਇੰਦਿਆਂ ਦੀ ਹਲਕਾ ਸੁਜਾਨਪੁਰ ਦੇ ਵਿੱਚ? ਦੇਖੋ, ਨੁਮਾਇੰਦਿਆਂ ਦੀ ਗੱਲ ਕਰਦੇ ਤੇ ਠੀਕ ਹੈ, ਹਰ ਕਿਸੇ ਨੇ ਆਪਣੇ ਲਈ ਵਰਕ ਕਰਨਾ, ਆਪਣੇ ਲਈ ਐਫਰਟਸ ਕਰਨੇ ਹੈ, ਤੇ ਇਸ ਟਾਈਮ ਫੀਲਡ 'ਚ ਹਰ ਕੋਈ ਕੰਮ ਵੀ ਕਰ ਰਿਹਾ ਹੈ। ਤੇ ਬਾਕੀ ਗੱਲ ਰਹਿੰਦੀ ਹੈ ਜਿਹੜੀ ਇੱਕ ਟਿਕਟ ਦੀ ਗੱਲ ਹੈ, ਉਹ ਤਾਂ ਚਲੋ ਹਾਈ ਕਮਾਂਡ ਦੇ ਹੱਥ 'ਚ ਹੈ। ਜਦੋਂ ਫੈਸਲਾ ਹੋਊਗਾ ਹਾਈ ਕਮਾਂਡ ਨੇ ਮਤਲਬ ਸੌਂਪਣੀ ਜ਼ਿੰਮੇਵਾਰੀ ਤਾਂ ਕਿਸੇ ਇੱਕ ਬੰਦੇ ਨੂੰ ਹੀ ਸੌਂਪਣੀ, ਚਾਹੇ ਆਪਾਂ ਨੁਮਾਇੰਦੇ ਜਿਹੜੇ ਉਹ 10 ਹੋਣ ਚਾਹੇ 12 ਹੋਣ, ਬੰਦਾ ਤਾਂ ਇੱਕ ਹੀ ਹੋਊਗਾ। ਲੇਕਿਨ ਸੁਜਾਨਪੁਰ ਦੇ ਇਸ ਟਾਈਮ ਤੇ ਜਿੰਨੇ ਵੀ
ਕਹਿ ਲਓ ਆਪਣੀ ਕਾਂਗਰਸ ਲੀਡਰਸ਼ਿਪ ਹੈ ਤੇ ਸਾਡੀ ਥਿੰਕਿੰਗ ਇਹੀ ਹੈ ਕਿ ਟਿਕਟ ਜਿਸ ਵੀ ਬੰਦੇ ਨੂੰ ਮਿਲੇਗੀ, ਚਾਹੇ ਉਹ ਮੈਂ ਹੋਵਾਂ ਚਾਹੇ ਕੋਈ ਅਦਰ ਹੋਵੇ, ਬਟ ਸਾਡੀ ਜਿਹੜੀ ਕਾਂਗਰਸ ਦੇ ਜਿੰਨੇ ਵੀ ਲੀਡਰ ਵਰਕਰ ਜੋ ਵੀ ਹੈ ਸਾਰੇ ਇਕਜੁੱਟ ਹੋ ਕੇ ਇਸ ਵਾਰੀ ਲੜਾਈ ਲੜਾਂਗੇ। ਦੈਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ 15 ਸਾਲਾਂ ਤੋਂ ਸਾਡੇ ਸੁਜਾਨਪੁਰ ਚ ਕੀ ਹਾਲਾਤ ਨੇ ਤੇ ਕੀ ਮਤਲਬ ਲੋਕਾਂ ਨਾਲ ਕੀ ਮਤਲਬ ਹੋ ਰਿਹਾ ਹੈ ਨਾ। ਸੋ ਜੀ ਤੇ ਮਤਲਬ ਇਹੀ ਸੀਗਾ ਕਿ ਸਾਡੀ ਜਿਹੜੀ ਕਾਂਗਰਸ ਹੈ ਇੱਕ ਹੈ ਅੱਜ ਵੀ, ਐਵੇਂ ਦਾ ਕੁਝ ਨਹੀਂ ਹੈ, ਬਸ ਇੱਕ ਲੋਕਾਂ ਨੂੰ ਜਿਹੜਾ ਠੀਕ ਹੈ ਲੋਕ ਹਰ ਇੱਕ ਮਤਲਬ ਬੰਦੇ ਨੂੰ ਥੋੜਾ ਅਲੱਗ ਵੇ ਨਾਲ ਸਮਝਦੇ ਆ, ਅਲੱਗ ਵੇ ਨਾਲ ਦੇਖਦੇ ਆ, ਲੇਕਿਨ ਜਦੋਂ ਗੱਲ ਟਿਕਟ ਦੀ ਆਏਗੀ ਟਿਕਟ ਫਾਈਨਲ ਪਾਰਟੀ ਨੇ ਕਰਨੀ ਹੈ। ਦੈਨ ਆਪਾਂ ਸਾਰੇ ਪਾਰਟੀ ਵਰਕਰ ਹੈ ਤੇ ਪਾਰਟੀ ਦਾ ਮਿਲ ਕੇ ਸਾਰੇ ਸਾਥ ਦੇਵਾਂਗੇ ਜੀ। ਪਲਵੀ ਜੀ ਤੁਹਾਡੀ ਜੇ ਗੱਲ ਕਰਾਂ ਤੇ ਤੁਸੀਂ ਇੰਟਰਸਟਿਡ ਹੋ, ਤੁਸੀਂ ਅਪਲਾਈ ਕਰੋਗੇ ਟਿਕਟ ਦੇ ਲਈ? ਜੀ ਦੇਖੋ ਮੈਂ ਤਾਂ ਬਿਲਕੁਲ ਕਰਨਾ ਹੈ। ਅੱਜ ਤੱਕ ਸਾਡੇ ਧਾਰ ਚੋਂ ਕਿਸੇ ਨੇ ਅੱਜ ਤੱਕ ਕਦੀ ਟਿਕਟ ਲਈ ਅਪਲਾਈ ਨਹੀਂ ਕਰਿਆ, ਫਸਟ ਟਾਈਮ ਮੈਂ ਹੀ ਹੋਵਾਂਗੀ ਧਾਰ ਬਲਾਕ ਦੀ ਕੈਂਡੀਡੇਟ। ਸੋ ਮਤਲਬ ਮੇਰਾ ਤਾਂ 100% ਮੈਂ ਨੋਮੀਨੇਸ਼ਨ ਫਿਲ ਕਰੂੰਗੀ ਜੀ। ਜੇ ਗੱਲ ਅਸੀਂ ਕਰੀਏ ਕਿ ਤੁਸੀਂ ਟਿਕਟ ਦੇ ਦਾਅਵੇਦਾਰ ਹੋ, ਬਟ ਇੱਕ ਹੁੰਦਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ, ਸਾਡਾ ਵਿਜ਼ਨ ਹੈ, ਔਰ ਵਿਜ਼ਨ ਨੂੰ ਲੈ ਕੇ ਤੁਹਾਡੀ ਕਿੰਨੀ ਕੁ ਦਾਅਵੇਦਾਰੀ, ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਟਿਕਟ ਪਾਰਟੀ ਕਿਉਂ ਦੇਵੇ? ਜੇ ਮੈਂ ਸਟ੍ਰੇਟ ਫਾਰਵਰਡ ਸਵਾਲ ਪੁੱਛਾਂ। ਦੇਖੋ ਇੱਕ ਜਿੱਦਾਂ ਮੈਨੂੰ ਕਿਉਂ ਟਿਕਟ ਦੇਵੇ, ਮੈਂ ਇਹ ਨਹੀਂ ਕਹਿੰਦੀ ਕਿ ਪਾਰਟੀ ਨੇ ਮੈਨੂੰ ਹੀ ਟਿਕਟ ਦੇਣੀ ਹੈ, ਲੇਕਿਨ ਜਦੋਂ ਆਪਾਂ ਆਪਣੇ ਲਈ ਮਤਲਬ ਇੱਕ ਕੌਂਸਟੀਟੂਐਂਸੀ ਨੂੰ ਕਹਿ ਲਓ ਕਿ ਆਪਾਂ ਕੰਮ ਕਰ ਰਹੇ ਹਾਂ ਇੱਕ ਪਾਰਟੀ ਲਈ, ਠੀਕ ਹੈ, ਤੇ ਐਜ਼ ਅ ਨਿਊ ਮੈਂ ਤਾਂ ਹਜੇ ਨਵੀਂ ਆ ਪੋਲਿਟਿਕਸ 'ਚ, ਬਿਲਕੁਲ ਹੀ ਨਵੀਂ ਆ। ਤੇ ਮਤਲਬ ਇੱਕ ਹੁੰਦਾ ਨਾ ਕਿ ਇੱਕ ਯੰਗ ਹਰ ਕਿਸੇ ਦੀ ਅੱਜ ਕੱਲ੍ਹ ਸੋਚ ਹੈ ਕਿ ਯੰਗ ਇੱਕ ਅੱਗੇ ਆਉਣ, ਜਿੰਨੇ ਵੀ ਯੰਗ ਕੈਂਡੀਡੇਟਸ ਹੋਣ ਕਿਸੇ ਵੀ, ਅਗਰ ਉਹ ਸਰਪੰਚੀ ਲੈਵਲ ਦੀ ਗੱਲ ਕਰਦੇ ਆ ਜਾਂ ਜਿਸ ਵੀ ਲੈਵਲ ਦੀ ਗੱਲ ਕਰਦੇ, ਨੌਜਵਾਨਾਂ ਦਾ ਦੇਸ਼ ਹੈ, ਹਾਂ ਨੌਜਵਾਨਾਂ ਨੂੰ ਦੇਖਣਾ ਚਾਹੁੰਦਾ ਹੈ। ਤੇ ਸਾਡੇ ਇੱਧਰ ਦੇ ਜਿਹੜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਇਸ ਲਈ ਕਿਉਂਕਿ ਮੇਰਾ ਵਿਜ਼ਨ ਜੋ ਹੈਗਾ ਸਾਡੇ ਪਹਿਲੇ ਵਿਧਾਇਕ ਨੇ ਜਾਂ ਜੋ ਵੀ ਉਹਨਾਂ ਨੇ ਆਪਣੇ ਏਰੀਆ ਵਾਸਤੇ ਕੀ ਕੀਤਾ ਕੀ ਨਹੀਂ ਕੀਤਾ ਸਭ ਦੇ ਸਾਹਮਣੇ ਆ, ਠੀਕ ਹੈ। ਤੇ ਮੇਰੇ ਵਿਜ਼ਨ ਉਹਨਾਂ ਤੋਂ ਬਹੁਤ ਜ਼ਿਆਦਾ ਹਟ ਕੇ ਨੇ ਕਿ ਯੂਥ ਦੇਖੋ ਅੱਜ ਦੇ ਟਾਈਮ 'ਚ ਇੱਕ ਯੂਥ ਨੂੰ ਆਪਣੇ ਪਾਵਰ ਕਹਿੰਦੇ ਆ ਕਿ ਸਾਡੇ ਦੇਸ਼ ਦੀ ਪਾਵਰ ਹੈ ਯੂਥ, ਲੇਕਿਨ ਸਾਡੇ ਇੱਧਰ ਦੇ ਯੂਥ ਦਾ ਤਾਂ ਮਤਲਬ ਇਸ ਟਾਈਮ ਦੇਖੋ ਕਿ ਸਾਰੇ ਅਨਐਮਪਲੋਏ ਨੇ, ਮਤਲਬ ਕਿੰਨੇ ਬੁਰੇ ਹਾਲਾਤ ਨੇ। ਤੇ ਮਤਲਬ ਮੇਰੇ ਵਿਜ਼ਨ ਅਲੱਗ ਹੈ। ਸੋ ਐਜ਼ ਮੈਂ ਆਪਣੇ ਆਪ ਨੂੰ ਕੈਂਡੀਡੇਟ ਇਸ ਕਰਕੇ ਵੀ ਮੰਨਦੀ ਹਾਂ ਕਿਉਂਕਿ ਮੈਂ ਜਦੋਂ ਪਾਰਟੀ ਲਈ ਹੌਲੀ ਹੌਲੀ ਹਜੇ ਤਾਂ ਮੇਰਾ ਨਵਾਂ ਤਜਰਬਾ ਹੈ ਤੇ ਲੋਕ ਪਸੰਦ ਵੀ ਕਰਦੇ ਨੇ ਜਦੋਂ ਆਪਾਂ ਲੋਕਾਂ 'ਚ ਜਾਈਏ, ਹਾਂਜੀ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਨੇ। ਤੇ ਇਵਨ ਲੋਕਾਂ ਨੂੰ ਸਾਡੇ ਸਭ ਤੋਂ ਜ਼ਿਆਦਾ ਇੱਕ ਇਹ ਚੀਜ਼ ਹੈ ਕਿ ਸਾਡੇ ਧਾਰ ਬਲਾਕ 'ਚੋਂ ਅੱਜ ਤੱਕ ਕੋਈ ਬੰਦਾ ਨਹੀਂ ਆਇਆ। ਸੋ ਮੇਰੇ ਲਈ ਮਤਲਬ ਸਭ ਤੋਂ ਵੱਡੀ ਗੱਲ ਇਹ ਹੋਊਗੀ ਕਿ ਫਸਟ ਟਾਈਮ ਧਾਰ ਬਲਾਕ 'ਚੋਂ ਕਿਸੇ ਨੇ ਨੋਮੀਨੇਸ਼ਨ ਫਿਲ ਕਰਨਾ ਹੈ, ਦੈਨ ਮੈਨੂੰ ਪਾਰਟੀ ਟਿਕਟ ਦੇਣਾ ਜਾਂ ਨਹੀਂ ਦੇਣਾ ਉਹ ਪਾਰਟੀ ਦੇ ਹੱਥ 'ਚ ਹੈ। ਲੇਕਿਨ ਅਗਰ ਮੈਨੂੰ ਟਿਕਟ ਮਿਲੇਗੀ ਦੈਨ ਮੇਰੇ ਵਿਜ਼ਨਸ ਜੋ ਹੈਗੇ ਨੇ ਉਹ ਬਹੁਤ ਜ਼ਿਆਦਾ ਹਾਈ ਉਸ ਚੀਜ਼ ਨੂੰ ਕਹਿ ਲਓ ਕਿ ਆਪਣੇ ਏਰੀਆ ਨੂੰ ਲੈ ਕੇ ਅਗਰ ਮੈਨੂੰ ਟਿਕਟ ਮਿਲਦੀ ਹੈ ਮੈਂ ਤਾਂ ਬਈ ਆਪਣੇ ਸੁਜਾਨਪੁਰ, ਜਿੱਦਾਂ ਕਿ ਸਾਡੀ ਸੁਜਾਨਪੁਰ ਕੌਂਸਟੀਟੂਐਂਸੀ ਪੂਰੇ ਪੰਜਾਬ 'ਚ ਨੰਬਰ 1 ਤੇ ਹੈ, ਦੈਨ ਉਸ ਚੀਜ਼ ਨੂੰ ਨੰਬਰ 1 ਤੇ ਲਿਆਣਾ ਮੇਰਾ ਫਰਜ਼ ਬਣਦਾ ਤੇ ਮੈਂ ਲਿਆਣਾ ਵੀ ਚਾਹੁੰਦੀ ਹਾਂ। ਜਿੱਦਾਂ ਹੁਣ ਮੈਂ ਆਪਣੇ ਪਿੰਡ ਦੀ ਗੱਲ ਕਰਾਂ, ਜੇ ਮੈਂ ਸਰਪੰਚ ਆ ਆਪਣੇ ਪਿੰਡ ਦੀ, ਤੇ ਮੇਰੇ ਪਿੰਡ ਲਈ ਵੀ ਮੇਰੇ ਇਹੀ ਵਿਜ਼ਨ ਹੈ ਕਿ ਆਪਣੇ ਪਿੰਡ ਨੂੰ ਮੈਂ ਸਟੇਟ ਲੈਵਲ ਤੇ ਮਤਲਬ ਇੰਨੀ ਅੱਗੇ ਲੈ ਕੇ ਜਾਵਾਂ ਦੈਨ ਕਿ ਨੈਸ਼ਨਲ ਤੱਕ ਵੀ ਮੇਰੇ ਪਿੰਡ ਦਾ ਨਾਮ ਜੋ ਹੈ ਅੱਗੇ ਜਾਵੇ। ਤੇ ਸੇਮ ਇਹੀ ਚੀਜ਼ ਜਦੋਂ ਮੈਂ ਐਮਐਲਏ ਬਣਾਂਗੀ ਦੈਨ ਮੈਂ ਆਪਣੀ ਕੰਸਟੀਟੂਐਂਸੀ ਕਰਾਂਗੀ। ਤੁਸੀਂ ਗੱਲ ਕੀਤੀ ਵਿਜ਼ਨ ਦੀ, ਜੇ ਮੈਂ ਕੋਈ ਇੱਕ ਚੀਜ਼ ਪੁੱਛਾਂ ਕਿ ਪੂਰੇ ਸੁਜਾਨਪੁਰ ਨੂੰ, ਨੋ ਡਾਊਟ ਕਿ ਧਾਰ ਜਿਹੜਾ ਪਿਛੜਿਆ ਇਲਾਕਾ ਹੈ ਔਰ ਹਮੇਸ਼ਾ ਹੀ ਕੋਈ ਵੀ ਪਾਰਟੀ ਦਾ ਐਮਐਲਏ ਰਵੇ ਦੇਖਣ ਨੂੰ ਮਿਲਿਆ ਹੁਣ ਤੱਕ ਹੈਗਾ, ਪਰ ਜੇ ਪੂਰੇ ਹਲਕੇ ਦੀ ਗੱਲ ਕਰੀਏ ਕੋਈ ਇੱਕ ਐਸਾ ਵਿਜ਼ਨ, ਕੋਈ ਇੱਕ ਸਿੰਗਲ ਐਸਾ ਕੰਮ ਜਿਹੜਾ ਤੁਹਾਨੂੰ ਲੱਗਦਾ ਕਿ ਅਗਰ ਮੈਂ ਟਿਕਟ ਮਿਲਦੀ ਹੈ ਔਰ ਮੈਂ ਜਿੱਤ ਜਾਣੀ ਹੈ ਤਾਂ ਮੈਂ ਉਹ ਜ਼ਰੂਰ ਕਰਵਾਵਾਂਗੀ, ਕੋਈ ਇੱਕ ਐਸਾ ਕੰਮ? ਦੇਖੋ ਕੰਮ ਤਾਂ ਬਹੁਤ ਸਾਰੇ ਨੇ ਬਟ ਜਿਹੜੀ ਇੱਕ ਬੇਸਿਕ ਨੀਡਸ ਹੁੰਦੀਆਂ ਲੋਕਾਂ ਦੀਆਂ, ਆਪਾਂ ਦੇਖੋ ਕਿ ਇੱਕ ਐਮਐਲਏ ਜਦੋਂ ਬਣਦਾ ਹੈ, ਐਮਐਲਏ ਦਾ ਕੰਮ ਕੀ ਹੈ? ਐਮਐਲਏ ਦਾ ਕੰਮ ਦੇਖੋ ਇੱਕ ਪਿੰਡਾਂ ਤੋਂ ਅਗਰ ਪਿੰਡ ਦੀ ਗੱਲ ਕਰਦੇ, ਹਰ ਪਿੰਡਾਂ 'ਚ ਸਰਪੰਚ ਹੁੰਦੇ ਆ, ਨੁਮਾਇੰਦੇ ਚੁਣੇ ਹੁੰਦੇ ਆ ਲੋਕਾਂ ਦੁਆਰਾ, ਤੇ ਕੰਮ ਜਿਹੜੇ ਕਰਨੇ ਆ ਸਰਪੰਚਾਂ ਨੇ ਕਰਨੇ। ਦੈਨ ਐਮਐਲਏ ਨੂੰ ਕੀ ਚਾਹੀਦਾ ਹੈ ਕਿ ਆਪਾਂ ਆਪਣੀ ਸਟੇਟ ਤੋਂ ਕੀ ਮੰਗ ਕੇ ਲਿਆ ਸਕਦੇ ਆਪਣੀ ਕੌਂਸਟੀਟੂਐਂਸੀ ਲਈ। ਸੋ ਮਤਲਬ ਮੇਰੀ ਥਿੰਕਿੰਗ ਇਹੀ ਰਹੇਗੀ ਕਿ ਹਰ ਮਤਲਬ ਜਿੱਥੇ ਵੀ ਕਿਤੇ, ਜਿੱਦਾਂ ਹੁਣ ਵੀ ਮੈਂ ਗੱਲ ਕਰਦੀ ਹਾਂ ਕਿ ਸਾਡੀ ਕੌਂਸਟੀਟੂਐਂਸੀ 'ਚ ਤੁਸੀਂ ਦੇਖੋ ਕਿ ਇੱਕ ਪੈਪਸੀਕੋ ਪਲਾਂਟ ਲੱਗਿਆ ਹੈ, ਸਾਡੇ ਏਰੀਆ ਦੇ ਲੋਕਾਂ ਲਈ ਉੱਥੇ ਜੋਬ ਨਹੀਂ ਹੈਗੀ ਹੈ ਕਿਉਂਕਿ ਲੋਕਲ ਲੋਕਾਂ ਨੂੰ ਰਿਸਟ੍ਰਿਕਸ਼ਨ ਹੈ ਕਿ ਉੱਥੇ ਜੋਬ ਨਹੀਂ ਕਰ ਸਕਦੇ, ਠੀਕ ਹੈ। ਅਨਐਮਪਲੋਇਮੈਂਟ ਇੰਨੀ ਜ਼ਿਆਦਾ ਹੈ। ਇੱਕ ਬੇਸਿਕ ਨੀਡ ਲੋਕਾਂ ਨੇ ਜਿੱਥੋਂ ਡੇਲੀ ਗੁਜ਼ਰਨਾ ਹੁੰਦਾ ਜਾਂ ਕੁਝ ਵੀ, ਤੁਸੀਂ ਰਾਸਤੇ ਰੋਡ ਦੀ ਗੱਲ ਕਰ ਲੈਂਦੇ ਆਪਾਂ, ਤੇ ਰੋਡ ਦੇ ਇੰਨੇ ਕੁ ਬੁਰੇ ਹਾਲਾਤ ਨੇ ਜੋ ਕਿ ਮਤਲਬ ਕਹਿ ਨਹੀਂ ਸਕਦੇ ਆਪਾਂ। ਹੁਣ ਤਾਂ ਚਲੋ ਥੋੜਾ ਬਹੁਤ ਇਲੈਕਸ਼ਨਸ ਵੀ ਆ ਰਹੇ ਨੇ ਤੇ ਚਲੋ ਕੰਮ ਵੀ ਹੋ ਰਿਹਾ ਹੈ, ਲੇਕਿਨ ਇੱਕ ਜਦੋਂ ਤੱਕ ਜਦੋਂ ਕਹਿੰਦੇ ਨਾ ਕਿ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਜਦੋਂ ਤੱਕ ਆਪਣੀ ਮਾਂ ਤੋਂ ਰੋਟੀ ਨਹੀਂ ਮੰਗਾਂਗੀ ਤੇ ਮੈਨੂੰ ਕਿਸੇ ਨੇ ਨਹੀਂ ਆ ਕੇ ਰੋਟੀ ਦੇਣੀ। ਤੇ ਸਾਡੇ ਵਿਧਾਇਕ ਸਾਹਿਬ ਕਹਿ ਦਿੰਦੇ ਨੇ ਉੱਪਰ ਸਾਡੀ ਸਰਕਾਰ ਨਹੀਂ ਹੈਗੀ ਤੇ ਸਾਨੂੰ
ਤੁਹਾਨੂੰ ਫੰਡਸ ਨਹੀਂ ਮਿਲਦੇ, ਐਵੇਂ ਦਾ ਕੁਝ ਵੀ ਨਹੀਂ ਹੈ। ਹੁਣ ਅੱਜ ਦੇ ਟਾਈਮ 'ਚ ਦੇਖੋ ਬੀਜੇਪੀ ਦੇ ਕਿੰਨੇ ਸਰਪੰਚ ਹੋਣਗੇ, ਤੇ ਉਹ ਸਰਪੰਚ ਵੀ ਤਾਂ ਕੰਮ ਕਰਵਾ ਰਹੇ ਨੇ, ਉਹਨਾਂ ਨੂੰ ਵੀ ਤਾਂ ਸਾਡੀ ਸਟੇਟ ਹੀ ਫੰਡਸ ਦੇ ਰਹੀ ਹੈ। ਅਗਰ ਜੇ ਸੈਂਟਰ ਫੰਡਸ ਆ ਰਹੇ ਤਾਂ ਉਹ ਵੀ ਆਪਣੀ ਸਟੇਟ ਦੇ ਥਰੂ ਹੀ ਆਉਂਦੇ ਆ, ਤੇ ਜੇ ਉਹ ਕਹਿੰਦੇ ਨੇ ਉੱਪਰ ਸਟੇਟ 'ਚ ਉਹਨਾਂ ਦੀ ਸਰਕਾਰ ਨਹੀਂ ਹੈ ਤੇ ਭਈ ਐਮਪੀ ਉਹਨਾਂ ਦੇ, ਠੀਕ ਹੈ, ਸੈਂਟਰ 'ਚ ਸਰਕਾਰ ਉਹਨਾਂ ਦੀ, ਸੈਂਟਰ ਗਵਰਨਮੈਂਟ ਤੋਂ ਫੰਡਸ ਲਿਆ ਸਕਦੇ ਆ ਅਗਰ ਕਰਨਾ ਹੋਵੇ ਤਾਂ। ਤੇ ਮਤਲਬ ਇੱਕ ਇਹ ਹੈ ਕਿ ਉਹ ਇੰਟਰਸਟਿਡ ਨਹੀਂ ਹੈਗੇ। ਸਭ ਤੋਂ ਵੱਡੀ ਗੱਲ ਹੁੰਦੀ ਹੈ ਇੰਟਰਸਟ ਦੀ। ਜਦ ਤੱਕ ਆਪਾਂ, ਜਦੋਂ ਸਾਨੂੰ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਜਦ ਤੱਕ ਆਪਾਂ ਆਪਣੀ ਜ਼ਿੰਮੇਵਾਰੀ ਤੇ ਆਪਣਾ 100% ਇੰਟਰਸਟ ਨਹੀਂ ਦਿਖਾਵਾਂਗੇ, ਦੈਨ ਆਪਾਂ ਕਿਸੇ ਵੀ ਕੰਮ 'ਚ ਸਕਸੈਸ ਨਹੀਂ ਹੋ ਸਕਦੇ। ਸੋ ਮੇਰਾ ਇਹੀ ਵਿਜ਼ਨ ਰਹੇਗਾ ਕਿ ਆਪਣੇ ਏਰੀਆ ਲਈ ਜੋ ਵੀ ਕੰਮ ਕਰਨਾ ਹੈ, ਚਲੋ ਹਰ ਚੀਜ਼ ਨੂੰ ਮੈਂ ਪਹਿਲੇ ਹੀ ਨਹੀਂ ਦੱਸ ਸਕਦੀ, ਬਟ ਇਹ ਹੈ ਕਿ ਇੱਕ ਯੂਥ ਲਈ ਜੋ ਮੈਂ ਇੱਕ ਮੇਨ ਜੋ ਕੰਮ ਕਰਨਾ ਯੂਥ ਲਈ, ਦੈਨ ਬੇਸਿਕ ਨੀਡਸ ਲੋਕਾਂ ਦੀਆਂ ਫਰਸਟਲੀ ਤਾਂ ਅਗਰ ਮੈਂ ਇਸ ਮਤਲਬ ਇਸ ਟੈਨਿਓਰ 'ਚ ਮੈਂ ਬਣ ਵੀ ਜਾਂਦੀ ਹਾਂ ਨਾ, ਤੇ ਮੇਰੀ ਥਿੰਕਿੰਗ ਇਹ ਰਹੇਗੀ ਭਈ ਜਿੱਦਾਂ ਆਪਾਂ ਬਾਹਰ ਦੇ ਸ਼ਹਿਰਾਂ 'ਚ ਜਾਈਦਾ ਹੈ, ਜਲੰਧਰ ਚਲ ਜਾਓ, ਅੰਮ੍ਰਿਤਸਰ ਚਲ ਜਾਓ, ਕਿਤੇ ਵੀ ਦੇਖੋ ਹਰ ਕਿਤੇ ਇੰਨਾ ਵਧੀਆ ਸਿਟੀ ਦਾ ਸਿਸਟਮ ਹੈ, ਤੇ ਆਪਣੇ ਏਰੀਆ 'ਚ ਵੀ ਐਵੇਂ ਦਾ ਕੁਝ ਹੋਣਾ ਚਾਹੀਦਾ ਕਿ ਜਿੱਥੇ ਪਹਿਲੇ ਰੋਡਸ ਐਂਡ ਸਟਰੀਟਸ ਵਧੀਆ ਹੋਣ, ਦੈਨ ਉਸ ਤੋਂ ਬਾਅਦ ਯੂਥ ਲਈ ਕੰਮ ਕਰਾਂਗੇ, ਆਪਣੇ ਇੱਥੇ ਕੁਝ ਨਾ ਕੁਝ ਐਵੇਂ ਦੀਆਂ ਇੰਡਸਟਰੀਜ਼ ਵਗੈਰਾ ਲਿਆਵਾਂਗੇ। ਸੋ ਮਤਲਬ ਐਵੇਂ ਦੇ ਵਿਜ਼ਨ ਨੇ ਕਿ ਬਾਕੀ ਸਪੈਸ਼ਲੀ ਵਰਕ ਕਰਾਂਗੇ ਧਾਰ ਲਈ ਵੀ ਕਰਾਂਗੇ, ਕਿਉਂਕਿ ਬਹੁਤ ਪਿਛੜਿਆ ਹੋਇਆ ਇਲਾਕਾ ਹੈ, ਤੇ ਇੱਕ ਕੁੜੀਆਂ ਲਈ ਇੱਕ ਐਵੇਂ ਦਾ ਕੁਝ ਕਰਨਾ ਹੈ ਕਿ ਜਿਹੜੇ ਸਾਡੇ ਇੱਧਰ ਦੀਆਂ ਕੁੜੀਆਂ ਹੈ ਉਹਨਾਂ ਨੂੰ ਮਤਲਬ ਕਹਿ ਲਓ ਕਿ ਓਪਰਚੁਨਿਟੀ ਜਿਹੜੀ ਹੁੰਦੀ ਹੈ ਕਿ ਪੇਰੈਂਟਸ ਦੀ ਤਰਫ ਤੋਂ ਨਹੀਂ ਦਿੱਤੀ, ਸੈਲਫ ਡਿਪੈਂਡੈਂਸੀ ਜਿਹੜੀ ਉਹਨਾਂ ਦੀ ਬਣੇ ਹੋ। ਹਾਂਜੀ ਜੀ ਜੀ। ਤਾਂ ਤੁਸੀਂ ਗੱਲ ਕੀਤੀ ਵਿਧਾਇਕ ਹੋਰਾਂ ਦੀ, ਜਿਹੜੇ ਮੌਜੂਦਾ ਵਿਧਾਇਕ ਨੇ, ਹਾਲ ਹੀ ਇੱਕ ਦੋ ਦਿਨ ਦੀ ਪਹਿਲਾਂ ਦੀ ਗੱਲ ਹੈ, ਪਿਛਲੇ ਕੱਲ ਦੀ ਗੱਲ ਹੈ, ਜਦੋਂ ਇੱਕ ਲਮੀਨੀ ਲਾਗੇ ਜਿਹੜੀ ਉਹ ਖੱਡ ਹੈ, ਉਸ ਤੋਂ ਪਹਿਲਾਂ ਮੈਂ ਕਈ ਵਾਰੀ ਉਹ ਕਵਰੇਜ ਕਰ ਚੁੱਕਿਆ ਕਿ ਉਹ 2 ਵਿਧਾਨ ਸਭਾ ਦੇ ਵਿੱਚ ਦਾ ਏਰੀਆ, ਤੇ ਉਹ ਇਸ ਕਰਕੇ ਉਹਦੀ ਕੋਈ ਸੁੱਧ ਨਹੀਂ ਲੈਂਦਾ ਉਸ ਏਰੀਏ ਦੀ। ਉਹ ਤੁਸੀਂ ਸੁਣਿਆ ਹੈਗਾ ਪੂਰਾ ਐਪੀਸੋਡ ਕੀ ਬਣਿਆ ਉੱਥੇ, ਉਹ ਕੁੜੀ ਵਿਚਾਰੀ ਮਰਦੇ ਸੁਣਿਆ ਬਚੀ ਹੈ। ਕਿ ਤੁਸੀਂ ਤੁਹਾਡਾ ਕੀ ਕਹਿਣਾ, ਜਦ ਕਿ ਵਿਧਾਇਕ ਸਾਹਿਬ ਦਾ ਕਹਿਣਾ ਕਿ ਮੈਂ ਬਹੁਤ ਸਾਰੇ ਕੰਮ ਕਰਵਾਏ ਨੇ, ਤੇ ਜੇ ਕੰਮਾਂ ਦੀ ਗੱਲ ਕਰੀਏ 15 ਸਾਲ ਬੀਜੇਪੀ ਦਾ ਰਾਜ ਹੈ, ਲਗਭਗ 15 ਸਾਲ, ਕੀ ਦੇਖਦੇ ਹੋ ਕਿ ਕੀ ਹੋ ਸਕਦਾ ਸੀਗਾ ਔਰ ਕੀ ਹੋਇਆ? ਦੇਖੋ ਮੈਂ ਕਹਿੰਦੀ ਹਾਂ ਕਿ ਜਿੱਦਾਂ ਹੁਣ ਇੱਕ ਨਾ ਲੋਕਾਂ ਦੀ ਸਾਡੇ ਇੱਧਰ ਦੇ ਲੋਕਾਂ 'ਚ ਇੱਕ ਨਾ ਇਹ ਥਿੰਕਿੰਗ ਬਹੁਤ ਜ਼ਿਆਦਾ ਹੈ, ਜਿਹੜੇ ਪੋਲੀਟੀਸ਼ੀਅਨਸ ਕਹਿ ਲਓ ਇਹਨਾਂ ਨੂੰ, ਮਤਲਬ ਇੰਨੀ ਕੁ ਉਹਨਾਂ ਦੀ ਮੈਂਟੈਲਿਟੀ ਨੂੰ ਮਤਲਬ ਪਾਰਟੀਆਂ ਦੇ ਨਾਮ ਨਾਲ ਇੰਨਾ ਕੁ ਜ਼ਿਆਦਾ ਜੋੜਤਾ ਹੋਇਆ ਹੈ ਕਿ ਉਹਨਾਂ ਨੂੰ ਕੰਮਾਂ ਨਾਲ ਮਤਲਬ ਨਹੀਂ ਹੈ, ਉਹਨਾਂ ਨੂੰ ਪਾਰਟੀ ਦੇ ਨਾਮ ਨਾਲ ਮਤਲਬ ਹੈ। ਸੋ ਇਗੋਇਸਟਿਕ ਹੋ ਗਏ ਨੇ ਸਾਰੇ। ਹਾਂਜੀ ਹਾਂਜੀ। ਸੋ ਮੇਰੀ ਥਿੰਕਿੰਗ ਇਹ ਹੈ ਕਿ ਅਗਰ ਤੁਸੀਂ ਠੀਕ ਹੈ ਜਿਹੜੀ ਵੀ ਪਾਰਟੀ ਤੋਂ ਬਿਲੋਂਗ ਕਰਦੇ ਹੋ, ਐਜ਼ ਅ ਪਾਰਟੀ ਵਰਕਰ ਤੁਸੀਂ ਆਪਣੀ ਪਾਰਟੀ ਲਈ ਕੰਮ ਕਰੋ, ਲੇਕਿਨ ਜਦੋਂ ਗੱਲ ਆਉਂਦੀ ਹੈ ਆਪਣੇ ਏਰੀਆ ਦੀ, ਐਮਐਲਏ ਸਾਹਿਬ 15 ਸਾਲ ਤੋਂ ਸਾਡੇ ਇੱਥੇ ਬੈਠੇ ਨੇ, 15 ਸਾਲ ਘੱਟ ਨਹੀਂ ਹੁੰਦੇ, ਤੇ ਇੱਕ ਮਤਲਬ 15 ਸਾਲ ਦੇ ਟੈਨਿਓਰ 'ਚ ਤੇ ਮੈਂ ਕਹਿੰਦੀ ਹਾਂ ਕਿ ਅਗਰ ਉਹਨਾਂ ਦੀ ਸਰਕਾਰ ਸੀਗੀ ਪਿੱਛੇ, ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜਦੋਂ ਬੀਜੇਪੀ ਦਾ ਗਠਬੰਧਨ ਸੀਗਾ, ਤੇ ਸਾਡੇ ਪੰਜਾਬ 'ਚ ਉਹਨਾਂ ਦੀ ਕਿੰਨੇ ਸਾਲ ਮਤਲਬ 10 ਸਾਲ 10 ਸਾਲ ਸਰਕਾਰ ਸੀਗੀ, ਦੈਨ ਕੈਬਨਿਟ 'ਚ ਵੀ ਰਹੇ ਨੇ ਉਹ, ਤੇ ਮਤਲਬ ਉਹ ਅਗਰ ਸਾਡੇ ਏਰੀਆ ਲਈ ਕੁਝ ਅਲੱਗ ਕਰਨਾ ਚਾਹੁੰਦੇ ਬਹੁਤ ਕੁਝ ਕਰ ਸਕਦੇ ਸੀਗੇ, ਲੇਕਿਨ ਇੰਟਰਸਟ ਨਹੀਂ ਹੈ। ਹੁਣ ਉਹਨਾਂ ਕੋਲ ਬਹਾਨਾ ਆ ਗਿਆ ਕਿ ਉੱਪਰ ਸਰਕਾਰ ਕਾਂਗਰਸ ਦੀ ਹੈ, ਇਹ ਸਿਰਫ ਇੱਕ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ। ਸਰਕਾਰ ਕਾਂਗਰਸ ਦੀ, ਕਾਂਗਰਸ ਅਗਰ ਜਦ ਤੱਕ ਤੁਸੀਂ ਆਪਣੀ ਡਿਮਾਂਡਸ ਅੱਗੇ ਨਹੀਂ ਪਹੁੰਚਾਓਗੇ, ਸਟੇਟ ਤੱਕ ਡਿਮਾਂਡਸ ਨਹੀਂ ਪਹੁੰਚਾਓਗੇ, ਤੁਸੀਂ ਅਗਰ ਕੈਬਨਿਟ 'ਚ ਜਾਂਦੇ ਹੋ, ਤੁਹਾਡੇ ਉੱਥੇ ਮੀਟਿੰਗਸ ਹੁੰਦੀਆਂ, ਤੁਸੀਂ ਉੱਥੇ ਆਪਣੇ ਏਰੀਆ ਲਈ ਆਵਾਜ਼ ਨਹੀਂ ਚੱਕੋਗੇ, ਦੈਨ ਉੱਥੇ ਮਤਲਬ ਕਿੱਦਾਂ ਸਟੇਟ ਨੂੰ ਪਤਾ ਚੱਲੇਗਾ ਕਿ ਉਸ ਏਰੀਆ 'ਚ ਕੀ ਪ੍ਰੋਬਲਮ ਹੈ। ਹਾਂ, ਤੇ ਸਾਡੇ ਵਰਗੇ ਲੋਕ ਜਿਹੜੇ ਆ ਮਤਲਬ ਜਿਹੜੇ ਸਾਡੇ ਲੀਡਰਸ ਹੁੰਦੇ ਆ, ਉਹਨਾਂ ਦੀ ਮਤਲਬ ਆਵਾਜ਼ ਨੂੰ ਹੀ ਆਪਣੀ ਆਵਾਜ਼ ਬਣਾ ਲੈਂਦੇ ਕਿ ਸਟੇਟ ਕੁਝ ਨਹੀਂ ਦੇ ਰਹੀ ਹੈ, ਤੇ ਮਤਲਬ ਉਹ ਵਰਕਰਸ ਦੀ ਬੜੀ ਮਤਲਬ ਇੱਕ ਕਹਿ ਲਓ ਨਾਕਾਮਯਾਬੀ ਹੈ ਕਿ ਮਤਲਬ ਇੱਕ ਅੰਧਾ ਮਤਲਬ ਅੰਧ ਵਿਸ਼ਵਾਸ, ਜਿਹੜਾ ਅੰਧ ਵਿਸ਼ਵਾਸ ਹੈ ਉਹ ਬਹੁਤ ਗਲਤ ਹੈ। ਇਹ ਬਿਨਾਂ ਦੇਖੇ ਔਰ ਸੋਚੇ ਸਮਝੇ ਮਤਲਬ ਡਾਇਰੈਕਟ ਕਿਸੇ ਤੇ ਐਲੀਗੇਸ਼ਨ ਕਰਨਾ ਜਾਂ ਕੁਝ ਵੀ, ਲੋਕਾਂ ਦਾ ਇਹ ਕੰਮ ਜਿਹੜਾ ਹੈ ਉਹ ਗਲਤ ਹੈ, ਲੇਕਿਨ ਫਿਰ ਵੀ ਲੋਕਾਂ ਨੂੰ ਵੀ ਗਲਤ ਦੱਸਿਆ ਜਾਂਦਾ, ਇਸ ਕਰਕੇ ਲੋਕ ਗਲਤ ਕਹਿੰਦੇ ਉਸ ਚੀਜ਼ ਨੂੰ। ਤੇ ਮੈਂ ਕਹਿੰਦੀ ਹਾਂ ਕਿ ਅਗਰ 15 ਸਾਲ ਸੀਗੇ ਤੇ 15 ਸਾਲ 'ਚ ਪੂਰਾ ਏਰੀਆ ਜਿਹੜਾ ਬਹੁਤ ਜ਼ਿਆਦਾ ਮਤਲਬ ਅਲੱਗ ਤਰੀਕੇ ਨਾਲ ਚੇਂਜ ਹੋ ਸਕਦਾ ਸੀ। ਸੈਂਟਰ 'ਚੋਂ ਖੋ ਕੇ ਕੰਮ ਲਿਆਏ ਜਾ ਸਕਦੇ ਸੀ, ਈਵਨ ਸੈਂਟਰ 'ਚ ਹੁਣ ਵੀ ਖੋ ਕੇ ਲਿਆਏ ਜਾ ਸਕਦੇ, ਖੋ ਕੇ ਕੀ ਮੰਗ ਕੇ ਲਿਆ ਸਕਦੇ ਬੜੇ ਆਰਾਮ ਨਾਲ, ਕਿਉਂਕਿ ਆਈ ਥਿੰਕ ਕਿ ਬੱਬੂ ਜੀ 15 ਸਾਲ ਤੋਂ ਇੱਕ ਬੀਜੇਪੀ ਦੇ ਮਤਲਬ ਕੰਟੀਨਿਊਸਲੀ ਤਿੰਨ ਟੈਨਿਓਰ 'ਚ ਜਿਹੜੇ ਐਮਐਲਏ ਬਣ ਰਹੇ ਨੇ, ਤੇ ਸੈਂਟਰ 'ਚ ਉਹਨਾਂ ਨੂੰ ਇੰਨੀ ਕਿ ਪ੍ਰੈਫਰੈਂਸ ਦਿੱਤੀ ਜਾਂਦੀ ਹੋਣੀ ਆ ਕਿ ਮਤਲਬ ਉਹ ਆਪਣੇ ਏਰੀਆ ਲਈ ਕੁਝ ਵੀ ਕਰ ਸਕਦੇ, ਲੇਕਿਨ ਉਹ ਕਰਨਾ ਨਹੀਂ ਚਾਹੁੰਦੇ, ਇੰਟਰਸਟ ਨਹੀਂ ਹੈ। ਇੰਟਰਸਟ ਹੋਏਗਾ ਦੈਨ ਕੁਝ ਵੀ ਕਰ ਸਕਦੇ ਆ। ਬਟ ਦੇਖੋ ਇੱਕ ਮੈਂ ਉਹਨਾਂ ਨੂੰ ਅੱਜ ਤੱਕ ਕਦੀ ਬੋਲਦੇ ਨਹੀਂ ਸੁਣਿਆ, ਲੇਕਿਨ ਜਦੋਂ ਵੀ ਮਾੜਾ ਮੋਟਾ ਬੋਲਦੇ ਨੇ, ਠੀਕ ਹੈ, ਕੰਮ ਦੀ ਗੱਲ ਕਰਦੇ, ਕੰਮਾਂ ਦਾ ਇੱਕ ਇਹ ਦੱਸੋ ਨਾ ਕਿ ਗਲੀਆਂ ਨਾਲੀਆਂ ਤਾਂ ਦੇਖੋ ਸਰਪੰਚਾਂ ਨੇ ਬਣਾਉਣੀਆਂ, ਸਰਪੰਚਾਂ ਨੂੰ ਫੰਡਸ ਆ ਰਹੇ ਨੇ, ਜਿਹੜੇ ਐਮਐਲਏ ਦੇ ਕੰਮ ਨੇ ਉਹ ਦੱਸੋ ਕਿ ਤੁਸੀਂ ਉਹ ਕੀ ਕੀਤੇ ਆ, ਤੇ ਮੈਨੂੰ ਉਹ ਵੀ ਨਹੀਂ ਨਜ਼ਰ ਆਉਂਦੇ ਉਹਨਾਂ ਦੇ ਕੰਮ। ਨਹੀਂ, ਉਹਨਾਂ ਦਾ ਕਹਿਣਾ ਕਿ ਅਸੀਂ ਲੀਚੀ ਜ਼ੋਨ ਬਣਾਤਾ,
ਅਸੀਂ ਨਿਆੜੀ ਕਾਲਜ ਜਿਹੜਾ ਉਹ ਗੱਲ ਵੱਖਰੀ ਕਿ ਡਿਸਪਿਊਟ ਬਣਿਆ ਰਿਹਾ ਉੱਥੇ ਜੀ। ਪੱਥਰ ਨੂੰ ਲੈ ਕੇ ਜੀ ਜੀ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਬਣਵਾਤਾ, ਜੀ। ਬਹੁਤ ਸਾਰੇ ਕੰਮ ਉਹਨਾਂ ਨੇ ਹੋਰ ਗਿਣਵਾਏ, ਉਹਦੇ ਬਾਰੇ ਕੀ ਦੇਖੋ ਕਹਿਣਾ? ਉਹ ਕੰਮਾਂ ਨੂੰ ਇਹ ਮਤਲਬ ਇਹ ਦੇਖੋ ਅਗਰ ਇਹ ਕੁਝ ਵੀ ਕੇਂਦਰ ਬਣਵਾਇਆ ਉੱਥੇ ਦੱਸੋ ਕਿ ਲੋਕਲ ਏਰੀਆ ਵਾਸਤੇ ਕੀ ਫਾਇਦਾ ਕੀ ਹੋਇਆ? ਫਾਇਦਾ ਹੈ? ਦੇਖੋ ਲੋਕਲ EMPLOYMENT ਤੇ ਕੀ ਵਾਧਾ ਹੋਇਆ ਉਹਨਾਂ ਚੀਜ਼ਾਂ ਦਾ, ਜਿਹੜੀ EMPLOYMENT ਅਨਐਮਪਲੋਇਮੈਂਟ ਸਾਡੇ ਇੱਥੇ ਇੰਨੀ ਹੈ, ਜਿਹੜੇ ਕਾਲਜ ਜਾਂ ਕੁਝ ਵੀ ਠੀਕ ਹੈ, ਕਾਲਜ ਦਾ ਇੱਕ ਬੜਾ ਡਿਸਪਿਊਟ ਚੱਲ ਰਿਹਾ, ਮੈਂ ਉਹਦੇ ਤੇ ਕੋਈ ਵਰਡਸ ਨਹੀਂ ਦੇਣਾ ਚਾਹੁੰਦੀ ਕਿਉਂਕਿ ਮਤਲਬ ਇਹ ਇੱਕ ਬਹੁਤ ਗੰਦੀ ਰਾਜਨੀਤੀ ਇੰਨੀ ਜੀ ਚੀਜ਼ ਤੇ ਖੇਲੀ ਜਾ ਰਹੀ ਹੈ ਤੇ ਮਤਲਬ ਇਸ ਚੀਜ਼ ਤੇ ਮੈਂ ਕੋਈ ਵਰਡਸ ਨਹੀਂ ਦੇਣਾ ਚਾਹੁੰਦੀ, ਲੇਕਿਨ ਉਹ ਕਹਿੰਦੇ ਕਿ ਇਹ ਕੀਤਾ ਉਹ ਕੀਤਾ, ਤੁਸੀਂ ਇਹ ਦੱਸ ਦਿਓ, ਹੋਰ ਤਾਂ ਆਪਾਂ ਕੁਝ ਨਹੀਂ ਆਪਾਂ ਪੁੱਛਣਾ ਚਾਹੁੰਦੇ, ਮਤਲਬ ਇੱਕ ਏਰੀਆ ਦੇ ਮਤਲਬ ਇੱਕ ਹੁੰਦਾ ਨਾ ਕਿ 10 ਘਰ ਐਵੇਂ ਦੇ ਗਿਣਵਾ ਦਿਓ ਜਿਨ੍ਹਾਂ ਨੂੰ ਇੱਕ ਐਸਾ ਕੋਈ ਫਾਇਦਾ ਮਿਲਿਆ ਹੋਵੇ ਕਿ ਜਿਹੜੇ ਪਰਮਨੈਂਟ ਯਾਦ ਰੱਖਣ, ਫਾਇਦਾ ਸਿਰਫ ਉਹਨਾਂ ਜ਼ਮੀਨੀ ਸੱਚਾਈ ਜਾਂ ਜ਼ਮੀਨੀ ਵਿਕਾਸ, ਕੋਈ ਐਸਾ ਗਰਾਊਂਡ ਵਰਕ ਦੱਸ ਦਿਓ, ਹੈਨਾ, ਫਾਇਦਾ ਸਿਰਫ ਉਹੀ ਲੋਕਾਂ ਨੂੰ ਹੋਇਆ ਹੋਏਗਾ ਜਿਹੜੇ ਉਹਨਾਂ ਦੇ ਖਾਸ ਹੋਣਗੇ, ਜਿਹੜੇ ਉਹਨਾਂ ਦੇ ਵਰਕਰਸ ਮਤਲਬ ਬਹੁਤ ਜ਼ਿਆਦਾ ਉਹਨਾਂ ਦੇ ਖਾਸ ਹੋਣਗੇ। ਦੈਨ ਅਗਰ ਆਮ ਲੋਕਾਂ ਦੀ ਗੱਲ ਕਰਦੇ ਆ, ਆਮ ਲੋਕਾਂ ਵਾਸਤੇ ਕੀ ਕੀਤਾ? ਸਾਡੇ ਇੱਕ ਆਮ ਲੋਕਾਂ ਦੀ ਇੱਕ ਆਵਾਜ਼ ਹੈ, ਕੁਝ ਨਹੀਂ ਆਪਾਂ ਜਿਹੜੇ ਪਿੰਡ 'ਚ ਰਹਿੰਦੇ ਆ, ਸਾਡੇ ਘਰ ਦਾ ਰਸਤਾ ਅੱਗੋਂ ਸਾਫ਼ ਹੋਵੇ, ਜੇ ਆਪਾਂ ਕਿਤੇ ਡੇਲੀ ਰੂਟੀਨ 'ਚ ਸਾਡਾ ਆਣਾ ਜਾਣਾ ਇੱਕ ਰੋਡ ਵਧੀਆ ਹੋਵੇ, ਦੈਨ ਇਹੀ ਹੈ। ਤੇ MLA ਦਾ ਕੰਮ ਕੀ ਹੈ? ਇੱਕ ਚਲੋ ਮੰਨ ਲਓ ਕਿ ਕੋਈ ਪੁਲਿਸ ਦੀ ਹੈਲਪ ਚਾਹੀਦੀ ਹੁੰਦੀ ਆ, ਉੱਥੇ ਕੰਮ ਪੈ ਜਾਊਗਾ ਲੋਕਾਂ ਨੂੰ, ਨਹੀਂ ਤੇ ਲੋਕਾਂ ਨੇ ਵਿਚਾਰਿਆਂ ਨੇ ਵੋਟਾਂ ਪਾਣੀਆਂ ਉਹਨਾਂ ਨੇ ਪਾ ਹੀ ਦੇਣੀਆਂ, ਹੈਨਾ। ਤੇ ਮਤਲਬ MLA ਨੂੰ ਖੁਦ ਚਾਹੀਦਾ ਹੈ ਕਿ ਮੈਂ ਤਾਂ ਬਈ 2 ਸਾਲ ਦਾ ਜਦੋਂ 2 ਟੈਨਿਓਰ ਉਹਨਾਂ ਦੇ ਕੰਪਲੀਟ ਹੋਏ, ਤਾਂ ਤੀਜੀ ਵਾਰੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਨਾ ਤੇ ਉਹਨਾਂ ਨੂੰ ਪੂਰੀ ਵਾਹਵਾਹੀ ਕਰਵਾ ਦੇਣੀ ਚਾਹੀਦੀ ਸੀ, ਲੇਕਿਨ ਨਹੀਂ ਕਰਵਾਈ ਕਿਉਂਕਿ ਉਹਨਾਂ ਦਾ ਇੰਟਰਸਟ ਨਹੀਂ ਸੀਗਾ। ਜੇ ਮੈਂ ਪੁੱਛਾਂ ਕਿ ਧਾਰ ਏਰੀਆ ਜਿਹੜਾ ਹੈ, ਬੱਬੂ ਜੀ ਜਦੋਂ ਜਿੱਤੇ ਨੇ ਧਾਰ ਏਰੀਆ ਨੇ ਜਿਤਾਇਆ, ਜੇ ਸਾਡੇ MP ਸੰਸਦ ਸਨੀ ਦਿਓਲ ਜਿੱਤੇ ਨੇ ਤੇ ਉਹ ਵੀ ਰੇਸ਼ੋ ਆਈ ਕਿ ਧਾਰ ਸਾਈਡ ਤੋਂ, ਇਸ ਏਰੀਆ ਤੋਂ, ਪਠਾਨਕੋਟ ਤੋਂ ਵੋਟਾਂ ਉਹਨਾਂ ਨੂੰ ਜ਼ਿਆਦਾ ਪਈਆਂ ਨੇ। ਪੱਲਵੀ ਠਾਕੁਰ ਨੂੰ ਅਗਰ ਟਿਕਟ ਮਿਲਦੀ ਹੈ ਤੇ ਕਿੰਨਾ ਕੁ ਚੈਲੰਜ ਰਹੇਗਾ ਉਸ ਚੀਜ਼ ਨੂੰ ਸਾਈਡ ਕਰਨ ਦਾ ਕਿ BJP ਨੂੰ ਇੱਥੋਂ ਇੰਨੀਆਂ ਵੋਟਾਂ ਨਾ ਪੈਣ ਤੇ ਕਾਂਗਰਸ ਨੂੰ ਪੈਣ ਜਾਂ ਪੱਲਵੀ ਠਾਕੁਰ ਨੂੰ ਪੈਣ, ਉਹ ਕਿੰਨਾ ਕੁ ਚੈਲੰਜਿੰਗ ਰਹੇਗਾ? ਦੇਖੋ ਜਦੋਂ ਅਗਰ ਟਿਕਟ ਦੀ ਗੱਲ ਆਉਂਦੀ ਹੈ, ਅਗਰ ਪੱਲਵੀ ਠਾਕੁਰ ਨੂੰ ਟਿਕਟ ਮਿਲਦੀ ਹੈ ਤਾਂ ਧਾਰ ਦੇ ਲੋਕਾਂ ਨੇ BJP ਕਾਂਗਰਸ ਨਹੀਂ ਦੇਖਣੀ, ਧਾਰ ਦੇ ਲੋਕਾਂ ਨੇ ਆਪਣੇ ਏਰੀਏ ਦਾ ਬੰਦਾ ਦੇਖਣਾ। ਤਾਂ ਧਾਰ ਦੇ ਲੋਕਾਂ ਦਾ ਅੱਜ ਵੀ ਇਹੀ ਆਵਾਜ਼ ਹੈ ਕਿ ਧਾਰ ਦੀ ਬੇਟੀ ਹੈ ਬਈ ਤਾਂ ਆਪਣੀ ਬੇਟੀ ਦਾ ਸਾਥ ਦੇਣਾ। ਸੋ ਮਤਲਬ ਕੌਨਫੀਡੈਂਟ ਹੋ ਤੁਸੀਂ? ਮਤਲਬ ਮੈਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਫੀਡੈਂਟ ਹੈ, ਬਾਕੀ ਡਿਪੈਂਡ ਕਰਦਾ ਪਾਰਟੀ ਦੇ ਡਿਸੀਜਨ ਤੇ। ਆਖਰੀ ਸਵਾਲ ਹੈ ਮੇਰਾ ਕਿ ਅਗਰ ਪੱਲਵੀ ਠਾਕੁਰ ਕਾਂਗਰਸ ਪਾਰਟੀ ਨਾਲ ਨਹੀਂ ਬਿਲੋਂਗ ਕਰਦੀ, ਅਗਰ ਪੱਲਵੀ ਠਾਕੁਰ ਸਰਪੰਚ ਨਹੀਂ ਹੈ ਤੇ ਆਉਣ ਵਾਲੇ ਚੋਣਾਂ ਦੇ ਵਿੱਚ ਤੁਸੀਂ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਕੀ ਸੋਚ ਕੇ ਵੋਟ ਕਰੇ ਔਰ ਕੀ ਸੋਚ ਕੇ ਆਪਣੇ ਵਾਸਤੇ ਸਰਕਾਰ ਔਰ ਨੁਮਾਇੰਦਾ ਚੁਣੇ? ਦੇਖੋ ਮੇਰਾ ਤਾਂ ਯੂਥ ਨੂੰ ਇਹੀ ਮੈਸੇਜ ਰਹੇਗਾ, ਅਗਰ ਮੈਂ ਵੀ ਇੱਕ ਆਮ ਨਾਗਰਿਕ ਬਣ ਕੇ ਕਵਾਂ ਤੇ ਦੇਖੋ ਇੱਕ ਜੋ ਵੀ ਡਿਸੀਜਨ ਹੈ ਅੱਜ ਦੇ ਯੂਥ ਦੇ ਹੱਥ 'ਚ ਹੀ ਹੈ, ਕਿਉਂਕਿ ਯੂਥ ਇੱਕ ਐਸੀ ਪਾਵਰ ਹੈ, ਕਿਉਂਕਿ ਆਪਾਂ ਦੇਖਦੇ ਜਦੋਂ ਬੱਚੇ ਆਪਣੇ ਘਰਾਂ ਤੋਂ ਬਾਹਰ ਜਾਂਦੇ, ਕਿਤੇ ਮੀਟਿੰਗਸ ਅਟੈਂਡ ਕਰਦੇ, ਕਿਤੇ ਵੀ ਬੈਠਦੇ ਆ, ਜੋ ਅੱਜ ਕੱਲ ਘਰਾਂ 'ਚ ਬੱਚਿਆਂ ਨੇ ਕਹਿਣਾ ਹੈ ਪੇਰੈਂਟਸ ਉਹੀ ਚੀਜ਼ ਕਰਦੇ ਆ। ਤੇ ਮਤਲਬ ਆਈ ਥਿੰਕ ਸਾਰੇ ਪੜ੍ਹੇ ਲਿਖੇ ਤੇ ਸਾਰੇ ਵੈਲ ਐਜੂਕੇਟਡ, ਲਾਈਕ ਉਹਨਾਂ ਨੂੰ ਹਰ ਚੀਜ਼ ਦੀ ਨੌਲੇਜ ਹੈ ਅੱਜ ਦੇ ਟਾਈਮ 'ਚ ਕਿ ਕੀ ਸਾਡੇ ਲਈ ਸਹੀ ਹੈ ਤੇ ਕੀ ਨਹੀਂ ਗਲਤ ਹੈ। ਦੈਨ ਬੱਚਿਆਂ ਦਾ ਮਤਲਬ ਸਾਰਿਆਂ ਨੂੰ ਇਹੀ ਹੈ ਕਿ ਆਪਾਂ ਜੋ ਵੀ ਕਰਾਂਗੇ ਬਸ ਇੱਕ ਇਹ ਹੈ ਕਿ ਇੱਕ ਭਰੋਸਾ ਜਿਹੜਾ ਇੱਕ ਬਹੁਤ ਜ਼ਿਆਦਾ ਮੈਟਰ ਕਰਦਾ ਹਰ ਚੀਜ਼ ਲਈ, ਤੇ ਆਪਾਂ ਮਤਲਬ ਇਹ ਨਾ ਕਰੀਏ ਕਿ ਅੰਧ ਭਗਤ ਹੋ ਗਏ ਜਾਂ ਅੰਧੇ ਹੋ ਕੇ ਕਿਸੇ ਪਿੱਛੇ ਚੱਲੀਏ। ਬਸ ਇੱਕ ਜੋ ਵੀ ਡਿਸੀਜਨ ਲੈਣਾ ਇੱਕ ਰਾਈਟ ਡਿਸੀਜਨ, ਜੋ ਕਿ ਇੱਕ ਪਾਵਰ ਆਪਾਂ ਯੂਥ ਦੀ ਦੱਸਣੀ ਹੈ। ਤੇ ਮਤਲਬ ਇੰਨਾ ਕਿ ਯੂਥ ਦਾ ਇਸ ਵਾਰੀ ਇਲੈਕਸ਼ਨਸ 'ਚ ਮਤਲਬ ਬਹੁਤ ਜ਼ਿਆਦਾ ਜਿਹੜਾ ਹੱਥ ਹੋਏਗਾ ਯੂਥ ਦਾ ਹੀ ਹੋਏਗਾ। ਤੇ ਮੇਰਾ ਮੈਸੇਜ ਯੂਥ ਨੂੰ ਇਹੀ ਹੈ ਕਿ ਜੋ ਵੀ ਤੁਸੀਂ ਕਰਨਾ ਹੈ ਕਿ ਅਗਰ ਆਪਾਂ ਕੋਈ ਸਹੀ ਬੰਦੇ ਨੂੰ ਚੂਜ਼ ਕਰਦੇ ਹਾਂ, ਸਹੀ ਗਵਰਨਮੈਂਟ ਨੂੰ, ਪੈਰਾਮੀਟਰਸ ਕੀ ਰਹਿਣਗੇ? ਜੇ ਮੈਂ 1-2 ਪੁਆਇੰਟਸ ਕਹਾਂ ਕਿ ਅਗਰ ਕੋਈ ਲੀਡਰ ਚੁਣਨਾ ਹੈ, ਨੁਮਾਇੰਦਾ ਚੁਣਨਾ ਹੈ, ਉਹਦੇ ਵਿੱਚ ਕਿਹੜੇ ਪੁਆਇੰਟਸ ਜਿਹੜੇ 3 ਜਾਂ 4 ਹੋਣੇ ਚਾਹੀਦੇ? ਦੇਖੋ ਨੁਮਾਇੰਦਾ ਜਦੋਂ ਡਿਸਕਸ਼ਨ ਹੁੰਦੀ ਹੈ ਨਾ ਇਸ ਚੀਜ਼ ਤੇ ਗੱਲ ਆ ਜਾਂਦੀ ਹੈ ਫਿਰ ਕਿ ਪਾਰਟੀਆਂ ਤੇ, ਠੀਕ ਹੈ, ਇਲੈਕਸ਼ਨਸ ਤਾਂ 2 ਪਾਰਟੀਆਂ ਨੇ ਲੜਨੇ, ਦੈਨ ਹੋਰ ਵੀ ਜਿਹੜੀਆਂ ਵੀ ਪਾਰਟੀਆਂ ਹੋਣਗੀਆਂ, ਲੇਕਿਨ ਉੱਥੇ ਕੀ ਹੁੰਦਾ ਹੈ ਗੱਲ ਜਦੋਂ ਪੈਰਾਮੀਟਰਸ ਦੀ ਤੁਸੀਂ ਗੱਲ ਕਰ ਰਹੇ ਹੋ, ਜਦੋਂ ਨੁਮਾਇੰਦਾ ਚੁਣ ਕੇ ਆਏਗਾ, ਲਾਈਕ ਚੁਣ ਕੇ ਕੀ ਸਾਡੀ ਹਾਈ ਕਮਾਂਡ ਦੀ ਤਰਫ ਤੋਂ ਜਦੋਂ ਨੁਮਾਇੰਦਾ ਸਾਹਮਣੇ ਬਿਠਾਇਆ ਜਾਏਗਾ ਨਾ, ਦੈਨ ਪੈਰਾਮੀਟਰਸ ਬਾਰੇ ਆਪਾਂ ਉਦੋਂ ਗੱਲ ਕਰਾਂਗੇ, ਹੈ ਨਾ, ਕਿਉਂਕਿ ਹਜੇ ਵੀ ਮੈਂ ਮਤਲਬ ਪਾਰਟੀ ਦਾ ਡਿਸੀਜਨ ਹੈ ਉਹ ਮੈਨੂੰ ਵੀ ਨਹੀਂ ਪਤਾ ਕੀ ਹੋਊਗਾ ਕੀ ਨਹੀਂ ਹੋਊਗਾ, ਉਹ ਆਪਾਂ ਅਕੋਰਡਿੰਗ ਟੂ ਕੈਂਡੀਡੇਟ ਮਤਲਬ ਉਸ ਕਿਸ ਤਰ੍ਹਾਂ ਦਾ ਮਤਲਬ ਕੋਈ ਵੀ ਪਾਰਟੀ ਹੋਵੇ, ਕੋਈ ਵੀ ਉਮੀਦਵਾਰ ਹੋਵੇ, ਕਿਸ ਤਰ੍ਹਾਂ ਦਾ ਬੰਦਾ ਹੋਣਾ ਚਾਹੀਦਾ ਜਿਹੜਾ ਸਾਡੇ ਸੁਜਾਨਪੁਰ ਨੂੰ ਜਿਹੜਾ ਦੇਖੋ ਮੈਂ ਕਹਿੰਦੀ ਹਾਂ ਕਿ ਅਗਰ ਸਾਡੇ ਏਰੀਆ ਲਈ ਕੋਈ ਬੰਦਾ ਚਾਹੀਦਾ ਹੈ, ਸਾਡੇ ਏਰੀਆ ਨੂੰ ਡਿਵੈਲਪ ਕਰਨ ਲਈ ਪਹਿਲੇ ਤਾਂ ਵੈਲ ਐਜੂਕੇਟਡ ਹੋਵੇ। ਯੰਗ ਤਾਂ ਚਲੋ ਬਹੁਤ ਨਹੀਂ, ਇਸ ਵਾਰੀ ਆਪਾਂ ਕੈਂਡੀਡੇਟ ਦੇਖ ਰਹੇ ਹਾਂ, ਬਹੁਤ ਸਾਰੇ ਯੰਗ ਕੈਂਡੀਡੇਟ ਆ ਰਹੇ ਨੇ ਅਦਰ ਪਾਰਟੀਆਂ ਤੋਂ ਵੀ, ਅਗਰ ਆਪਾਂ ਗੱਲ ਕਰਦੇ ਹਾਂ ਤੇ ਮਤਲਬ ਇੱਕ
ਕੈਂਡੀਡੇਟ ਨੂੰ ਕੀ ਚਾਹੀਦਾ ਹੈ, ਤੁਹਾਨੂੰ ਪਤਾ ਹੈ ਕਿ ਇੱਕ ਇੰਟਰਸਟ ਦੀ ਗੱਲ ਹੈ, ਸਭ ਤੋਂ ਵੱਡੀ ਜਿਹੜੀ ਇੱਕ ਇੰਟਰਸਟ ਵਿਜ਼ਨ ਕੀ ਹੈ ਉਹਨਾਂ ਦਾ ਵਿਜ਼ਨ ਕੀ ਹੈ। ਵਿਜ਼ਨ ਤਾਂ ਚਲੋ ਜਦੋਂ ਪਾਰਟੀ ਇੱਕ ਕਿਸੇ ਕੈਂਡੀਡੇਟ ਨੂੰ ਭੇਜੂਗੀ ਨਾ, ਦੈਨ ਇੱਕ ਕਿਸੇ ਤੇ ਜ਼ਿੰਮੇਵਾਰੀ ਜਦੋਂ ਸੁੱਟੀ ਜਾਂਦੀ ਹੈ, ਉਹ ਤਾਂ ਜ਼ਿੰਮੇਵਾਰੀ ਨੂੰ ਸਾਨੂੰ ਆਪ ਪਰਸਨਲੀ ਲੈਣਾ ਪੈਂਦਾ। ਅਦਰਵਾਈਜ਼ ਆਪਾਂ ਸੋਚੀਏ ਕਿ ਟਿਕਟ ਮਿਲ ਗਈ ਹੈ, ਬਣ ਗਏ ਐਮਐਲਏ, ਇਹ ਹੋ ਗਿਆ, ਉਹ ਹੋ ਗਿਆ, ਤੇ ਇਦਾਂ ਗੱਲ ਨਹੀਂ ਬਣਨੀ। ਤਾਂ ਮਤਲਬ ਇੱਕ ਆਪਾਂ ਉਹ ਸਾਨੂੰ ਜਦੋਂ ਟਿਕਟ ਮਿਲੂਗੀ ਦੈਨ ਉਦੋਂ ਹੀ ਇੰਟਰਸਟ ਦੇਖਣ ਨੂੰ ਮਿਲ ਜਾਣਾ ਕਿ ਕਿੱਦਾਂ ਹੈ ਤੇ ਕੀ ਇਹ ਜਿਹੜੀ ਅਗਲੀ ਵਾਲੀ ਜਿਹੜਾ ਸਾਡਾ 22 ਵਾਲਾ ਟੈਨਿਓਰ ਹੋਏਗਾ, ਇਹ ਸਕਸੈਸ ਹੋਏਗਾ ਸਾਡੇ ਏਰੀਆ ਲਈ ਜਾਂ ਨਹੀਂ ਹੋਏਗਾ, ਦੈਨ ਇਹ ਆਪਾਂ ਬਾਅਦ ਚੋਂ ਵੀ ਡਿਸਕਸ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਪਲਵੀ ਜੀ, ਤੁਸੀਂ ਆਪਣਾ ਸਮਾਂ ਸਾਨੂੰ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਇਹ ਸਨ ਸਾਡੇ ਨਾਲ ਯੁਵਾ ਪਲਵੀ ਠਾਕੁਰ, ਜਿਨ੍ਹਾਂ ਦਾ ਕਹਿਣਾ ਹੈ ਕਿ ਅਗਰ ਪਾਰਟੀ ਇਹਨਾਂ ਨੂੰ ਟਿਕਟ ਦਿੰਦੀ ਹੈ ਔਰ ਲੋਕਾਂ ਦਾ ਕਹਿਣਾ ਹੈ ਕਿ ਧਾਰ ਦੀ ਬੇਟੀ ਹੈ, ਧਾਰ ਬਲਾਕ ਹੈ ਜਿਹੜਾ, ਕਿਉਂਕਿ ਬੀਜੇਪੀ ਨੂੰ ਹਮੇਸ਼ਾ ਵੋਟ ਇੱਥੋਂ ਜ਼ਿਆਦਾ ਪਏ ਨੇ, ਪਰ ਕੌਨਫੀਡੈਂਸ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਧਾਰ ਦੀ ਬੇਟੀ ਅਗਰ ਇੱਥੇ ਕੰਪੀਟ ਕਰਦੀ ਹੈ ਤੇ ਸਭ ਤੋਂ ਪਹਿਲਾਂ ਉਹ ਦੇਖੀ ਜਾਏਗੀ, ਉਸ ਤੋਂ ਬਾਅਦ ਪਾਰਟੀ ਦੇਖੀ ਜਾਏਗੀ। ਔਰ ਯੁਵਾ ਸੋਚ ਹੈ ਜੀ, ਇਸ ਤਰ੍ਹਾਂ ਦੀ ਸੋਚ ਦੀ ਲੋੜ ਹੈ ਸਾਡੇ ਦੇਸ਼ ਨੂੰ, ਸਾਡੇ ਹਲਕੇ ਨੂੰ, ਤੇ ਅਗਰ ਇਸ ਤਰ੍ਹਾਂ ਦੇ ਕੈਂਡੀਡੇਟ ਅੱਗੇ ਆਉਣਗੇ ਤਦ ਹੀ ਜਿਹੜਾ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ ਪੰਜਾਬ ਦਾ ਜਾਂ ਭਾਰਤ ਦਾ, ਉਹ ਸੁਖਾਲਾ ਹੋਵੇਗਾ। ਕੈਮਰਾਮੈਨ ਮੁਨੀਸ਼ ਦੇ ਨਾਲ ਸੰਜੀਵ ਮੰਗੋਤਰਾ, TNN, ਪਿੰਡ ਹਾੜਾ, ਪਠਾਨਕੋਟ।